ਗੁਰਬਾਣੀ ਨੂੰ ਸੁਣ ਕੇ ਪੜ੍ਹਨ ਨਾਲ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ। ਸਾਹ ਵਧਾਵਾ ਸਿੰਘ ਜੀ, ਜਿਨ੍ਹਾਂ ਦਾ ਜ਼ਿਕਰ ਆਰੰਭਕ ਕਾਂਡਾਂ ਵਿੱਚ ਆ ਚੁੱਕਾ ਹੈ, ਬਾਬਾ ਜੀ ਦੇ ਪਹਿਲੇ ਸਤਸੰਗੀਆਂ ਵਿੱਚੋਂ ਸਨ। M.A. ਕਰਨ ਉਪਰੰਤ ਭਾਸ਼ਾ ਵਿਭਾਗ ਵਿੱਚ ਨੌਕਰੀ ਪ੍ਰਾਪਤ ਕਰਕੇ ਕਿਰਤ ਆਰੰਭ ਕਰ ਦਿੱਤੀ। ਜਦੋਂ ਕਦੀ 1-2 ਦਿਨ ਦੀ ਛੁੱਟੀ ਹੁੰਦੀ ਤਾਂ ਸਾਹ ਵਧਾਵਾ ਸਿੰਘ ਹੋਰੀ ਸਮਾਂ ਕੱਢ ਕੇ ਬਾਬਾ ਜੀ ਪਾਸ ਸੰਗਤ ਕਰਨ ਲਈ ਆ ਜਾਂਦੇ। ਆਪ ਗੁਰਮੁਖ ਜੀਵਨ ਦੇ ਧਾਰਨੀ ਬਣ ਚੁੱਕੇ ਸਨ। 5 ਪਿਆਰਿਆਂ ਦੁਆਰਾ ਬਖਸ਼ੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਅਤੇ 27 ਪਾਠ ਬੇਨਤੀ ਚੌਪੀ ਦੇ ਹਰ ਰੋਜ਼ ਕਰਿਆ ਕਰਦੇ ਸਨ। ਇੱਕ ਸਮੇਂ ਆਪ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਮੈਂ ਨਿਤਨੇਮ ਤੋਂ ਇਲਾਵਾ ਉਪਰੋਕਤ ਪਾਠ ਨੇਮ ਨਾਲ ਰੋਜ਼ਾਨਾ ਕਰਦਾ ਹਾਂ, ਪਰ ਅਜੇ ਤੱਕ ਜੋ ਆਤਮਿਕ ਪ੍ਰਾਪਤੀ ਚਾਹੁੰਦਾ ਹਾਂ ਉਹ ਨਹੀਂ ਹੋਈ। ਇਸ ਦਾ ਕੀ ਕਾਰਨ ਹੈ? ਬਾਬਾ ਜੀ ਫੋਕੇ ਗਿਆਨੀਆਂ ਵਾਂਗ ਕਿਸੇ ਦੀ ਤਸੱਲੀ ਨਹੀਂ ਕਰਾਇਆ ਕਰਦੇ ਸਨ। ਬਾਬਾ ਜੀ ਉਹ ਗੱਲ ਹੀ ਕਿਸੇ ਨੂੰ ਕਹਿੰਦੇ ਸਨ ਜਿਸ ਨੂੰ ਉਹਨਾਂ ਆਪ ਕਮਾਇਆ ਹੁੰਦਾ ਜਾਂ ਜਿਸ ਦੀ ਸਤਿਗੁਰੂ ਜੀ ਅਗਵਾਈ ਦੇਣ। ਸੋ ਭਾਈ ਵਧਾਵਾ ਸਿੰਘ ਹੋਰਾਂ ਦਾ ਪ੍ਰਸ਼ਨ ਸੁਣ ਕੇ ਬਾਬਾ ਜੀ ਕੁਝ ਦੇਰ ਚੁੱਪ ਰਹਿਣ ਉਪਰੰਤ ਬੋਲੇ, ਚਲੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਜੋ ਹੁਕਮ ਸਤਿਗੁਰੂ ਜੀ ਕਰਨਗੇ ਉਸ ਨੂੰ ਤੁਸੀਂ ਮੰਨ ਲੈਣਾ। ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਦੋਵੇਂ ਜਾਣੇ, ਭਾਵ ਬਾਬਾ ਜੀ ਤੇ ਭਾਈ ਵਧਾਵਾ ਸਿੰਘ ਹੋਰੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਪੁੱਜੇ। ਨਮਸਕਾਰ ਕਰਨ ਉਪਰੰਤ ਭਾਈ ਵਧਾਵਾ ਸਿੰਘ ਹੋਰਾਂ ਨੇ ਸਤਿਗੁਰੂ ਜੀ ਨੂੰ ਚੌਰ ਸਾਹਿਬ ਕਰਨਾ ਆਰੰਭ ਕਰ ਦਿੱਤਾ ਤੇ ਬਾਬਾ ਜੀ ਅਰਦਾਸ ਕਰਨ ਲੱਗ ਪਏ। ਅਰਦਾਸ ਉਪਰੰਤ ਗੁਰੂ ਚਰਨਾਂ ਵਿੱਚ ਬੈਠ ਕੇ ਸਿਮਰਨ ਨਾਲ ਸੁਰਤੀ ਨੂੰ ਇਕਾਗਰ ਕੀਤਾ। ਇਸ ਧਿਆਨ ਮਗਨਤਾ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਬਾਬਾ ਜੀ ਨੂੰ ਹੋਏ। ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਹਰਨਾਮ ਸਿੰਘ ਜੀ, ਵਧਾਵਾ ਸਿੰਘ ਨੂੰ ਕਹਿ ਦਿਓ ਕਿ ਜਿੰਨਾ ਪਾਠ ਉਹ ਕਰੇ ਉਹ ਸਾਨੂੰ ਸੁਣਾ ਕੇ ਕਰਿਆ ਕਰੇ। ਬਹੁਤੀ ਗਿਣਤੀ ਕਰਨ ਦੀ ਲੋੜ ਨਹੀਂ। ਬੇਨਤੀ ਚੌਪਈ ਦੇ 27 ਪਾਠਾਂ ਦੀ ਥਾਂ ਕੇਵਲ ਇੱਕ ਪਾਠ ਹੀ ਜੇ ਉਹ ਸਾਨੂੰ ਸੁਣਾ ਕੇ ਕਰੇ ਤਾਂ ਉਹਦਾ ਲਾਭ ਜ਼ਿਆਦਾ ਹੋਵੇਗਾ। ਨਾਲ ਹੀ ਬਚਨ ਕੀਤਾ ਕਿ ਉਸ ਦਾ ਨਿਤਨੇਮ ਤਾਂ ਸਾਡੇ ਪਾਸ ਪਹੁੰਚ ਜਾਂਦਾ ਹੈ, ਪਰ ਅਰਦਾਸ ਕਦੀ ਨਹੀਂ ਪਹੁੰਚੀ। ਬਾਬਾ ਜੀ ਨੇ ਸਤਿਗੁਰਾਂ ਵੱਲੋਂ ਪ੍ਰਾਪਤ ਦੋਵੇਂ ਬਚਨ ਸਾਹ ਵਧਾਵਾ ਸਿੰਘ ਹੋਰਾਂ ਨੂੰ ਦੱਸ ਦਿੱਤੇ। ਬਚਨ ਸੁਣ ਕੇ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਦੇ ਦਰਸ਼ਨ ਤਾਂ ਮੈਨੂੰ ਹੁੰਦੇ ਨਹੀਂ, ਮੈਂ ਬਾਣੀ ਉਹਨਾਂ ਨੂੰ ਸੁਣਾਵਾਂ ਕਿਸ ਤਰ੍ਹਾਂ? ਇਹ ਸੁਣ ਕੇ ਬਾਬਾ ਜੀ ਨੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਇਹ ਪ੍ਰੇਮੀ ਇਸ ਪ੍ਰਕਾਰ ਕਹਿ ਰਿਹਾ ਹੈ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ ਕਿ ਜੋ ਬਾਣੀ ਉਹ ਪੜ੍ਹਦਾ ਹੈ, ਜੇਕਰ ਉਸ ਪੜ੍ਹੀ ਹੋਈ ਬਾਣੀ ਨੂੰ ਆਪ ਮਨ ਤਥਾ ਆਤਮਾ ਕਰਕੇ ਸੁਣਦਾ ਹੈ ਤਾਂ ਸਮਝੋ ਕਿ ਉਹ ਪੜ੍ਹੀ ਹੋਈ ਬਾਣੀ ਅਸੀਂ ਸੁਣ ਲਈ ਹੈ। ਜੋ ਜਗਿਆਸੂ ਕੇਵਲ ਗੁਰਬਾਣੀ ਦਾ ਰਟਨ ਹੀ ਕਰਦਾ ਹੈ, ਪਰੰਤੂ ਆਪ ਮਨ ਜਾਂ ਆਤਮਾ ਕਰਕੇ ਨਹੀਂ ਸੁਣਦਾ, ਤਦ ਉਹ ਸਾਡੇ ਤੱਕ ਵੀ ਨਹੀਂ ਪੁੱਜਦੀ। ਜੇ ਸਾਨੂੰ ਸੁਣਾਉਣਾ ਹੈ ਤਾਂ ਆਪ ਪੜ੍ਹੋ ਅਤੇ ਉਸ ਪੜ੍ਹੀ ਹੋਈ ਬਾਣੀ ਨੂੰ ਆਪ ਸੁਣੋ। ਗੁਰਮੰਤਰ ਜਾਂ ਮੂਲ ਮੰਤਰ ਦਾ ਜਪ ਵੀ ਇਸੇ ਤਰ੍ਹਾਂ ਕਰਨਾ ਹੈ। ਅਰਦਾਸ ਪ੍ਰਥਾਏ ਭਾਈ ਸਾਹਿਬ ਜੀ ਨੇ ਬਾਬਾ ਜੀ ਪਾਸ ਮੰਨਿਆ ਕਿ ਮੈਂ ਨਿਤਨੇਮ ਤਾਂ ਜ਼ਰੂਰ ਕਰਦਾ ਹਾਂ, ਪਰ ਨਿਤਨੇਮ ਪਿੱਛੋਂ ਅਰਦਾਸ ਕਦੀ ਨਹੀਂ ਕੀਤੀ, ਕਿਉਂਕਿ ਮਨ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਸਤਿਗੁਰੂ ਜੀ ਜਾਣੀ ਜਾਣ ਹੀ ਹਨ। ਇਹਨਾਂ ਬਚਨਾਂ ਤੋਂ ਸਪਸ਼ਟ ਹੈ ਕਿ ਇੱਕ ਤਾਂ ਨਿਤਨੇਮ ਕਰਨ, ਬਾਣੀ ਪੜ੍ਹਨ ਤਥਾ ਸਿਮਰਨ ਕਰਨ ਤੋਂ ਪਿੱਛੋਂ ਗੁਰੂ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ, ਆਪ ਜੀ ਦੀ ਬਖਸ਼ਿਸ਼ ਦਾ ਸਦਕਾ ਨਿਤਨੇਮ ਜਾਂ ਸਿਮਰਨ ਹੋਇਆ ਹੈ, ਇਸ ਨੂੰ ਆਪਣੇ ਖਜ਼ਾਨੇ ਵਿੱਚ ਪ੍ਰਵਾਨ ਕਰੋ ਤੇ ਦਾਸਾਂ ਨੂੰ ਜੋ ਵੀ ਆਤਮਿਕ ਪ੍ਰਾਪਤੀਆਂ ਅਸੀਂ ਚਾਹੁੰਦੇ ਹਾਂ ਉਹਨਾਂ ਦਾ ਜ਼ਿਕਰ ਕਰਕੇ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰਨ ਵਾਸਤੇ ਜਾਚਨਾ ਕਰਨੀ ਤੇ ਭੁੱਲ ਚੁੱਕ ਦੀ ਖਿਮਾ ਮੰਗਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਦਬ ਸਹਿਤ ਸੀਸ ਨਿਵਾਉਣਾ ਹੈ। ਅਰਦਾਸ ਕਰਨ ਨਾਲ ਉਹ ਅਵਸਥਾਵਾਂ ਅਤੇ ਗੋਝ ਵਸਤੂਆਂ ਦੀ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ ਜੋ ਆਪਾਂ ਪਾਠ, ਭਜਨ ਜਾਂ ਸਿਮਰਨ ਕਰਕੇ ਵੀ ਕਈ ਵਾਰ ਪ੍ਰਾਪਤ ਨਹੀਂ ਕਰ ਸਕਦੇ। ਇਸ ਦਰ ਤਾਂ ਬਿਨਤ ਕਰੋ ਅਰਦਾਸ ਸੁਨੋ, ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ, ਭਗਤ ਮਨ ਠਹਿਰਾਵੈ, ਤਥਾ ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਅਤੇ ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਅਤੇ ਇਸ ਪ੍ਰਕਾਰ ਜੋ ਵੀ ਗੁਰਬਾਣੀ ਅਸੀਂ ਪੜ੍ਹਦੇ ਹਾਂ ਜਾਂ ਨਾਮ ਸਿਮਰਨ ਦਾ ਅਭਿਆਸ ਕਰਦੇ ਹਾਂ, ਉਸ ਨੂੰ ਵੱਧ ਤੋਂ ਵੱਧ ਆਪ ਸੁਣਨ ਦਾ ਯਤਨ ਕਰਨਾ ਚਾਹੀਦਾ ਹੈ। ਸੁਣਨ ਦਾ ਮਹਾਤਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਇਸ ਪ੍ਰਕਾਰ ਆਪਾਂ ਨੂੰ ਦਰਸਾਉਣਾ ਕੀਤਾ ਹੈ, ਜੋ ਹਰ ਗੁਰੂ ਕਾ ਸਿੱਖ ਹਰ ਰੋਜ਼ ਵਾਚਦਾ ਹੈ ਕਿ ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ, ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾ ਹਣਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ,
ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਸੁਣੈ ਸਤ ਸੰਤੋਖ ਗਿਆਨ, ਸੁਣੈ 68 ਕਾ ਇਸ਼ਨਾਨ। ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤਸ਼ਾਹ। ਸੁਣੈ ਅੰਧੇ ਪਾਵਹਿ ਰਾਹ, ਸੁਣੈ ਹਾਥ ਹੋਵੈ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਤਥਾ ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਆਨੰਦ ਸਾਹਿਬ ਵਿੱਚ ਤੀਸਰੇ ਗੁਰਦੇਵ ਜੀ ਆਨੰਦ ਸਾਹਿਬ ਦੇ ਅਖੀਰ ਵਿੱਚ ਸਾਨੂੰ ਹੁਕਮ ਕਰਦੇ ਹਨ ਕਿ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਇਸ ਤੋਂ ਇਲਾਵਾ ਇਤਿਹਾਸ ਵੀ ਗਵਾਹ ਹੈ ਕਿ ਸੁਲਤਾਨਪੁਰ ਸਾਹਿਬ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੇਈ ਨਦੀ ਵਿੱਚ ਪ੍ਰਵੇਸ਼ ਕੀਤਾ ਤਾਂ ਨਿਰੰਕਾਰ ਜੀ ਪਾਸੋਂ ਮੂਲ ਮੰਤਰ ਅਤੇ ਗੁਰਮੰਤਰ ਦੀ ਦਾਤ ਲੋਕਾਈ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਲੈ ਕੇ ਆਏ। 3 ਦਿਨ ਬੇਈ ਵਿੱਚ ਅਲੋਪ ਰਹਿਣ ਪਿੱਛੋਂ ਸੰਸਾਰ ਦੇ ਸਥੂਲ ਕੰਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਵਿੰਦ ਚੋਂ ਨਿਕਲੀ ਆਵਾਜ਼ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਪਈ ਤਾਂ ਸਾਰੇ ਲੋਕ ਇਕੱਠੇ ਹੋ ਗਏ। ਕਾਜੀ ਨੇ ਗੁੱਸਾ ਖਾਧਾ ਤੇ ਕਿਹਾ ਕਿ ਜੇਕਰ ਤੁਹਾਡੀ ਦ੍ਰਿਸ਼ਟੀ ਵਿੱਚ ਸਾਰੇ ਹੀ ਬਰਾਬਰ ਹਨ, ਭਾਵ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਤਾਂ ਸਾਡੇ ਨਾਲ ਨਮਾਜ਼ ਪੜ੍ਹਨ ਲਈ ਚੱਲੋ। ਸਤਿਗੁਰੂ ਜੀ ਝੱਟ ਤਿਆਰ ਹੋ ਪਏ। ਮਸੀਤੇ ਗਏ ਪਰ ਨਮਾਜ਼ ਪੜ੍ਹੀ ਕੋਈ ਨਾ, ਸਗੋਂ ਮੁਸਕਰਾਉਂਦੇ ਰਹੇ। ਨਵਾਬ ਅਤੇ ਕਾਜੀ ਦੇ ਗੁੱਸਾ ਕਰਨ ਤੇ ਕਿ ਤੁਸੀਂ ਆਏ ਤਾਂ ਨਮਾਜ਼ ਪੜ੍ਹਨ ਸੀ, ਪਰ ਨਮਾਜ਼ ਪੜ੍ਹਨੀ ਤਾਂ ਇੱਕ ਪਾਸੇ ਰਹੀ, ਸਗੋਂ ਦੂਸਰਿਆਂ ਨੂੰ ਵੀ ਮਖੌਲ ਕਰਦੇ ਰਹੇ ਹੋ। ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਹੇ ਕਾਜੀ, ਤੁਸੀਂ ਸਾਨੂੰ ਖੁਦਾ ਦੀ ਨਮਾਜ਼ ਪੜ੍ਹਨ ਵਾਸਤੇ ਲਿਆਂਦਾ ਸੀ, ਨਾ ਕਿ ਘੋੜੇ ਵਛੇਰਿਆਂ ਦੀ। ਭਾਵ ਕਿ ਤੁਸੀਂ ਨਿਰਾ ਮੂੰਹ ਵਿੱਚੋਂ ਕਲਮਾ ਹੀ ਪੜ੍ਹਦੇ ਰਹੇ ਹੋ, ਪਰ ਤੁਹਾਡਾ ਧਿਆਨ ਘਰਾਂ ਅਤੇ ਵਿਦੇਸ਼ਾਂ ਵਿੱਚ ਘੋੜਿਆਂ ਦੀ ਖਰੀਦੋ ਫਰੋਖਤ ਜਾਂ ਸਾਰ ਸੰਭਾਲ ਵਿੱਚ ਹੀ ਰਿਹਾ ਹੈ। ਇਸ ਤਰ੍ਹਾਂ ਗੈਰ ਹਜ਼ੂਰੀ ਵਿੱਚ ਪੜ੍ਹੀ ਹੋਈ ਨਮਾਜ਼ ਖੁਦਾ ਨੂੰ ਬਿਲਕੁਲ ਪ੍ਰਵਾਨ ਨਹੀਂ, ਨਾ ਹੀ ਨਮਾਜ਼ ਦੇ ਸ਼ਬਦ ਖੁਦਾ ਤੱਕ ਪੁੱਜਦੇ ਹਨ। ਜੇਕਰ ਗੁਰਦੇਵ ਜੀ ਦੂਸਰੇ ਮਤ ਵਾਲਿਆਂ ਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਜੋ ਸ਼ਬਦ ਤੁਸੀਂ ਮੂੰਹ ਵਿੱਚੋਂ ਖੁਦਾ ਦੀ ਸਿਫਤ ਵਜੋਂ ਕਹਿੰਦੇ ਹੋ ਉਹਨਾਂ ਨੂੰ ਸੁਣੋ, ਸੁਣਾਂਗੇ ਅਸੀਂ ਤਾਂ ਜੇਕਰ ਸਾਡਾ ਧਿਆਨ ਉਹਨਾਂ ਸ਼ਬਦਾਂ ਵਿੱਚ ਹੋਵੇਗਾ। ਜੇ ਸਤਿਗੁਰੂ ਜੀ ਦੂਸਰਿਆਂ ਨੂੰ ਇਹ ਹੁਕਮ ਕਰਦੇ ਹਨ ਤਾਂ ਆਪਾਂ ਆਪ ਵਿਚਾਰੀਏ ਕਿ ਸਾਡੇ ਪਾਸੋਂ ਭਾਵ ਆਪਣੇ ਸਿੱਖਾਂ ਪਾਸੋਂ ਸਤਿਗੁਰੂ ਜੀ ਕਿੰਨੀ ਕੁ ਵਧੇਰੇ ਆਸ ਰੱਖਦੇ ਹੋਣਗੇ। ਸਤਿਗੁਰੂ ਜੀ ਦੇ ਇਹ ਦੋਵੇਂ ਬਚਨ ਭਾਈ ਵਧਾਵਾ ਸਿੰਘ ਹੋਰਾਂ ਨੇ ਆਪਣੇ ਜੀਵਨ ਵਿੱਚ ਘਟਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਉਹਨਾਂ ਨੂੰ ਆਤਮਿਕ ਤਰੱਕੀ ਵੀ ਆਰੰਭ ਹੋ ਗਈ। ਗੁਰਬਾਣੀ ਪ੍ਰਤੱਖ ਔਸ਼ਧੀ। ਬਾਬਾ ਜੀ ਦੀ ਗੁਰਬਾਣੀ ਉੱਪਰ ਅਥਾਹ ਸ਼ਰਧਾ ਸੀ। ਨਿਰੀ ਸ਼ਰਧਾ ਹੀ ਨਹੀਂ ਬਲਕਿ ਆਪ ਜੀ ਨੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਘਟਾ ਕੇ ਉਸ ਦੀ ਕਮਾਈ ਕੀਤੀ ਅਤੇ ਉਸੇ ਆਧਾਰ ਤੇ ਜਗਿਆਸੂਆਂ ਨੂੰ ਪ੍ਰੇਰਨਾ ਦਿੱਤੀ। ਬਾਬਾ ਜੀ ਦਾ ਕਥਨ ਸੀ ਕਿ ਗੁਰਬਾਣੀ ਗੁਰੂ ਰੂਪ ਵੀ ਹੈ ਅਤੇ ਉਪਦੇਸ਼ ਵੀ। ਜਿਸ ਉਪਦੇਸ਼ ਦਾ ਧਾਰਨੀ ਬਣ ਕੇ ਜੀਵ ਉਸ ਬ੍ਰਹਮ ਦਾ ਸਰੂਪ ਬਣ ਜਾਂਦਾ ਹੈ ਅਤੇ ਆਵਾ ਗਾਉਣ ਦਾ ਚੱਕਰ ਜੋ ਹੈ ਇਸ ਤੋਂ ਛੁਟਕਾਰਾ ਪਾ ਕੇ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ। ਉਸ ਸੁਭਾਗੇ ਜੀਵ ਨੂੰ ਜਿਤਨਾ ਚਿਰ ਪਰਮੇਸ਼ਰ ਵੱਲੋਂ ਇਸ ਸੰਸਾਰ ਵਿੱਚ ਵਿਚਰਨ ਦਾ ਸਮਾਂ ਮਿਲਿਆ ਹੈ, ਆਨੰਦਮਈ ਜੀਵਨ ਬਤੀਤ ਕਰਦਾ ਹੈ ਅਤੇ ਜੀਵਨ ਦੇ ਅਖੀਰ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਬਾਣੀ ਨਿਰਾ ਉਪਦੇਸ਼ ਹੀ ਨਹੀਂ, ਸਗੋਂ ਇਸ ਵਿੱਚ ਗੁਰੂ ਜਿੰਨੀ ਹੀ ਸੱਤਿਆ ਭਾਵ ਤਾਕਤ ਹੈ। ਜੇ ਇਹ ਸਾਨੂੰ ਪ੍ਰਤੀਤ ਨਹੀਂ ਹੁੰਦੀ ਤਾਂ ਇਸ ਵਿੱਚ ਗੁਰਬਾਣੀ ਦਾ ਕੋਈ ਦੋਸ਼ ਨਹੀਂ, ਕੇਵਲ ਸਾਡੀ ਸ਼ਰਧਾ ਭਾਵਨੀ ਵਿੱਚ ਹੀ ਫਰਕ ਹੈ। ਗੁਰਬਾਣੀ ਸਿੱਧੀ ਰੂਪ ਵੀ ਹੈ, ਔਸ਼ਧੀ ਰੂਪ ਵੀ ਹੈ, ਅੰਮ੍ਰਿਤ ਰੂਪ ਵੀ ਹੈ, ਰਸ ਰੂਪ ਰਸਾਇਣ ਹੈ, ਨਾਮ ਦੀ ਜਨਨੀ ਅਤੇ ਨਿਰੰਕਾਰ ਦਾ ਸਤ ਸਰੂਪ ਹੈ। ਗੁਰਬਾਣੀ ਗੁਰੂ ਹੈ ਅਤੇ ਸਿੱਖ ਦਾ ਲੋਕ ਪਰਲੋਕ ਸਵਾਰਦੀ ਹੈ। ਤਕਰੀਬਨ 1960 ਈਸਵੀ ਦੀ ਘਟਨਾ ਹੈ ਜੋ ਬਾਬਾ ਜੀ ਦੇ ਹੁਣ ਉੱਤਰਾਧਿਕਾਰੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਇਸ ਪੁਸਤਕ ਸੇਕ ਨਿਆ ਵਿੱਚ ਦਰਜ ਕੀਤੀ ਹੈ। ਉਹਨਾਂ ਦੇ ਕਹਿਣ ਦੱਸਣ ਮੁਤਾਬਕ ਕਿ 1960 ਈਸਵੀ ਦੀ ਇਸ ਘਟਨਾ ਵਿੱਚ ਉਹਨਾਂ ਨੂੰ ਬੁਖਾਰ ਹੋ ਗਿਆ। ਬਾਬਾ ਜੀ ਕਿਸੇ ਕਾਰਨ ਬਾਹਰ ਗਏ ਹੋਏ ਸਨ। ਡਾਕਟਰ ਪਾਸੋਂ ਉਹਨਾਂ ਨੇ ਦਵਾਈ ਲਈ ਤੇ ਡਾਕਟਰ ਨੇ ਦੱਸਿਆ ਕਿ ਇਹ ਮਿਆਦੀ ਬੁਖਾਰ ਭਾਵ ਟਾਈਫਾਈਡ ਹੈ। 3-4 ਦਿਨ ਦਵਾਈ ਖਾਣ ਨਾਲ ਕੋਈ ਫਰਕ ਨਾ ਪਿਆ।
ਇੱਕ ਡਾਕਟਰ ਨੂੰ ਛੱਡ ਕੇ ਉਸ ਤੋਂ ਹੋਰ ਸਿਆਣੇ ਡਾਕਟਰ ਪਾਸੋਂ ਦਵਾਈ ਲਈ। ਉਸ ਨੇ ਵੀ ਮਿਆਦੀ ਬੁਖਾਰ ਹੀ ਦੱਸਿਆ ਤੇ ਕੈਪਸੂਲ ਆਦਿ ਦੇ ਕੇ ਭਰੋਸਾ ਦਿੱਤਾ ਕਿ ਹੁਣ 3 ਦਿਨਾਂ ਦੇ ਅੰਦਰ ਅੰਦਰ ਬੁਖਾਰ ਬਿਲਕੁਲ ਠੀਕ ਹੋ ਜਾਵੇਗਾ। ਪੂਰੇ ਪਰਹੇਜ਼ ਨਾਲ ਦਵਾਈ ਦੀ ਵਰਤੋਂ ਕੀਤੀ ਗਈ, ਪਰ ਆਰਾਮ ਆਉਣ ਦੀ ਥਾਂ ਬੁਖਾਰ ਵੱਧਦਾ ਹੀ ਗਿਆ। ਪ੍ਰਸ਼ਾਦਾ ਆਦਿਕ ਬੰਦ ਕਰਨ ਕਰਕੇ ਕਮਜ਼ੋਰੀ ਵੀ ਕਾਫੀ ਹੋ ਗਈ ਸੀ। 8ਵੇਂ ਦਿਨ ਬਾਬਾ ਜੀ ਵਾਪਸ ਗੁਰਦੁਆਰਾ ਸਾਹਿਬ ਪਰਤੇ। ਬਾਬਾ ਸੇਵਾ ਸਿੰਘ ਹੋਰਾਂ ਨੇ ਸਾਰਾ ਆਪਣਾ ਹਾਲ ਦੱਸਿਆ ਤੇ ਮੰਜੇ ਉੱਪਰ ਪਿਆ ਨੇ ਹੀ ਆਪਣੀ ਸਾਰੀ ਵਿਥਿਆ ਬਾਬਾ ਜੀ ਨੂੰ ਕਹਿ ਸੁਣਾਈ ਕਿ ਬਾਬਾ ਜੀ ਟਾਈਫਾਈਡ ਬੁਖਾਰ ਹੋ ਗਿਆ ਹੈ। 2 ਡਾਕਟਰਾਂ ਦੀ ਵਾਰੋ-ਵਾਰੀ ਦਵਾਈ ਵੀ ਲਈ ਹੈ, ਪਰ ਆਰਾਮ ਨਹੀਂ ਆਇਆ। ਬਾਬਾ ਜੀ ਨੇ ਉਹਨਾਂ ਦੀ ਬਾਂਹ ਫੜ ਕੇ ਆਪਣੇ ਹੱਥ ਵਿੱਚ ਵੇਖੀ ਤੇ ਕਹਿਣ ਲੱਗੇ, ਬੁਖਾਰ ਤਾਂ ਅਜੇ ਵੀ ਕਾਫੀ ਹੈ, ਤੇ ਨਾਲ ਹੀ ਹਦਾਇਤ ਕੀਤੀ ਕਿ ਹੁਣ ਹੋਰ ਦਵਾਈ ਨਹੀਂ ਖਾਣੀ ਅਤੇ ਜਿਹੜੀ ਕੋਲ ਹੈ ਉਹਨੂੰ ਵੀ ਰਹਿਣ ਦੇ। ਦਵਾਈ ਖਾ ਖਾ ਕੇ ਤਾਂ ਅੱਗੇ ਹੀ ਮਨ ਅੱਕਿਆ ਸੀ, ਸੋ ਬਾਬਾ ਜੀ ਦੇ ਕਹਿਣ ਤੇ ਦਵਾਈ ਸੁੱਟ ਦਿੱਤੀ ਗਈ। ਬਾਬਾ ਜੀ ਦੇ ਆਉਣ ਨਾਲ ਹੌਸਲਾ ਤਾਂ ਹੋ ਹੀ ਗਿਆ ਸੀ ਕਿ ਹੁਣ ਆਪਾਂ ਬਿਲਕੁਲ ਠੀਕ ਹੋ ਜਾਣਾ ਹੈ। ਸੋ ਬਾਬਾ ਜੀ ਨੇ ਲੰਗਰ ਵੀ ਨਹੀਂ ਛਕਿਆ। ਇੱਕ ਪ੍ਰੇਮੀ ਨੂੰ ਕਹਿ ਕੇ ਸਰਬਲੋਹ ਦਾ ਬਾਟਾ ਮਾਂਜ ਕੇ ਮੰਗਵਾਇਆ। ਆਪ ਜੀ ਨੇ ਸਟੀਲ ਦੇ ਗਲਾਸ ਵਿੱਚ ਆਪ ਜਲ ਲਿਆ। ਪ੍ਰੇਮੀ ਨੇ ਬਾਟਾ ਲੈ ਆਂਦਾ। ਬਾਬਾ ਜੀ ਨੇ ਉਸ ਬਾਟੇ ਵਿੱਚ ਜਲ ਪਾ ਕੇ ਜ਼ਮੀਨ ਤੇ ਸਾਫ਼ ਕੱਪੜਾ ਵਿਛਾ ਕੇ ਉੱਪਰ ਬੈਠ ਗਏ ਤੇ ਬਾਬਾ ਸੇਵਾ ਸਿੰਘ ਹੋਰਾਂ ਨੂੰ ਵੀ ਕੋਲ ਬਿਠਾ ਲਿਆ ਅਤੇ ਕਿਹਾ ਕਿ ਜੇਕਰ ਥਕੇਵਾਂ ਮਹਿਸੂਸ ਹੋਵੇ ਤਾਂ ਲੰਮੇ ਪੈ ਜਾਣਾ। ਵਾਹਿਗੁਰੂ ਵਾਹਿਗੁਰੂ ਦਾ ਜਾਪ ਮਨ ਵਿੱਚ ਕਰੀ ਜਾਣ ਲਈ ਬਾਬਾ ਜੀ ਨੇ ਪ੍ਰੇਰਨਾ ਦਿੱਤੀ। ਸੋ ਬਾਬਾ ਜੀ ਨੇ ਆਪਣੀ ਗਾਤਰੇ ਵਾਲੀ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢੀ, ਇਸ਼ਨਾਨ ਕਰਵਾ ਕੇ ਉਸ ਜਲ ਜੋ ਬਾਟੇ ਵਿੱਚ ਸੀ ਵਿੱਚ ਫੇਰਨ ਲੱਗ ਪਏ ਤੇ ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਖੰਡਾ ਫੇਰੀਦਾ ਹੈ, ਨਾਲੋਂ ਨਾਲ 5 ਬਾਣੀਆਂ ਦਾ ਪਾਠ ਕਰਦੇ ਰਹੇ। ਸਾਰਾ ਪਾਠ ਪੂਰਾ ਹੋਣ ਤੇ ਬੈਠਿਆਂ ਹੀ ਅਰਦਾਸ ਕੀਤੀ ਅਤੇ ਉਹ ਤਿਆਰ ਕੀਤਾ ਅੰਮ੍ਰਿਤ ਜਲ ਬਾਬਾ ਸੇਵਾ ਸਿੰਘ ਹੋਰਾਂ ਨੂੰ ਛਕਾ ਦਿੱਤਾ ਤੇ ਹੁਕਮ ਕੀਤਾ ਕਿ ਜਿਸ ਵੀ ਚੀਜ਼ ਨੂੰ ਤੇਰਾ ਜੀ ਕਰਦਾ ਹੈ ਦੱਸ। ਸੋ ਉਹਨਾਂ ਨੇ ਪ੍ਰਸ਼ਾਦਾ ਛਕਣ ਦੀ ਇੱਛਾ ਪ੍ਰਗਟਾਈ ਤੇ ਮਸਰਾਂ ਦੀ ਦਾਲ ਨਾਲ 2 ਪ੍ਰਸ਼ਾਦੇ ਵੀ ਛਕ ਲਏ। ਬਸ ਰਾਤੋਂ ਰਾਤ ਹੀ ਗੁਰਬਾਣੀ ਦਾ ਫਰਮਾਨ ਸਰਬ ਰੋਗ ਕਾ ਔਖਦ ਨਾਮ ਤਥਾ ਨਾਮ ਔਖਦ ਜੇ ਹਿਰਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਵਾਲੀ ਗੱਲ ਵਰਤੀ। ਬੁਖਾਰ ਦਾ ਪਤਾ ਨਹੀਂ ਕਿਸ ਵੇਲੇ ਉਤਰ ਗਿਆ। ਦਿਨ ਚੜ੍ਹਦੇ ਨਾਲ ਇਸ਼ਨਾਨ ਵੀ ਕੀਤਾ। ਤੁਰਨਾ ਫਿਰਨਾ ਜੋ ਬੰਦ ਕੀਤਾ ਹੋਇਆ ਸੀ, ਸ਼ਾਮ ਨੂੰ ਬਾਬਾ ਜੀ ਆਪਣੇ ਨਾਲ ਸੈਰ ਕਰਨ ਵੀ ਲੈ ਗਏ। ਇਸ ਤਰ੍ਹਾਂ ਬਿਨਾਂ ਕਿਸੇ ਹੋਰ ਦਵਾਈ ਵਰਤਣ ਦੇ ਗੁਰਬਾਣੀ ਦੀ ਦਵਾਈ ਇੱਕੋ ਵਾਰ ਛਕਣ ਨਾਲ ਸਰੀਰ ਅਰੋਗ ਹੋ ਗਿਆ। ਇਹ ਗੱਲਾਂ ਕਿਸੇ ਪਾਸੋਂ ਸੁਣੀਆਂ ਸੁਣਾਈਆਂ ਨਹੀਂ, ਜੋ ਹੱਡੀਂ ਵਾਪਰਿਆ ਜਾਂ ਅੱਖਾਂ ਨਾਲ ਵੇਖਿਆ ਉਹ ਹੀ ਇਸ ਪੁਸਤਕ ਵਿੱਚ ਲਿਖੀਆਂ ਗਈਆਂ ਹਨ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜੋ ਹੈ ਉਹ ਦੱਸਣੀ ਵੀ ਇੱਥੇ ਜ਼ਰੂਰੀ ਸਮਝਦੇ ਹਾਂ, ਤਾਂ ਜੋ ਸਤਿਗੁਰੂ ਜੀ ਮਿਹਰ ਕਰਕੇ ਸਾਨੂੰ ਵੀ ਗੁਰਬਾਣੀ ਉੱਪਰ ਪੂਰਨ ਭਰੋਸਾ ਬਖਸ਼ਿਸ਼ ਕਰ ਦੇਣ। ਗੁਰਬਾਣੀ ਔਸ਼ਧੀ ਦੀ ਇੱਕ ਹੋਰ ਘਟਨਾ। ਇਹ ਘਟਨਾ ਵੀ ਬਾਬਾ ਸੇਵਾ ਸਿੰਘ ਜੀ ਹੋਰਾਂ ਦੇ ਬਾਬਾ ਜੀ ਪਾਸ ਹੁੰਦਿਆਂ ਹੀ ਬੀਤੀ। ਪਿੰਡ ਮਾਸ਼ੀਆਂ ਤੋਂ ਇੱਕ ਪ੍ਰੇਮੀ, ਜਿਸ ਦਾ ਨਾਮ ਸਾਹਿਬ ਬਲਦੇਵ ਸਿੰਘ ਸੀ, ਕਾਫੀ ਸ਼ਰਾਬ ਪੀਂਦਾ ਸੀ। ਦਿਨ ਰਾਤ ਨਸ਼ੇ ਵਿੱਚ ਰਹਿਣ ਲੱਗ ਪਿਆ। ਅਕਸਰ ਸ਼ਰਾਬ ਦਾ ਅਸਰ ਸਰੀਰ ਦੇ ਅੰਗਾਂ ਉੱਪਰ ਹੋਣਾ ਲਾਜ਼ਮੀ ਸੀ, ਸੋ ਜਿਗਰ ਖਰਾਬ ਹੋ ਗਿਆ। ਮਿਹ ਦਾ ਕੰਮ ਕਰਨ ਤੋਂ ਜਵਾਬ ਦੇ ਗਿਆ। ਮਾਇਕ ਤੌਰ ਤੇ ਘਰੋਂ ਚੰਗੇ ਸਰਦੇ ਪੁੱਜਦੇ ਸਨ। ਕਾਫੀ ਸਿਆਣੇ ਡਾਕਟਰਾਂ ਪਾਸੋਂ ਇਲਾਜ ਕਰਵਾਇਆ। ਆਖਰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਲੁਧਿਆਣੇ CMC ਹਸਪੀਟਲ ਲੈ ਜਾਓ। ਟਰੱਕ ਵਿੱਚ ਮੰਜਾ ਰੱਖ ਕੇ CMC ਲੁਧਿਆਣੇ ਲਿਜਾ ਕੇ ਬਲਦੇਵ ਸਿੰਘ ਨੂੰ ਦਾਖਲ ਕਰਵਾ ਦਿੱਤਾ ਗਿਆ। ਡਾਕਟਰਾਂ ਨੇ ਸਾਰੀ ਹਾਲਤ ਦੇਖ ਕੇ ਦੱਸਿਆ ਕਿ ਇਸ ਦਾ ਜਿਗਰ ਤਾਂ ਬਿਲਕੁਲ ਹੀ ਖਰਾਬ ਹੋ ਚੁੱਕਾ ਹੈ। ਗੁਰਦੇ ਹੁਣ ਖਰਾਬ ਹੋਣੇ ਸ਼ੁਰੂ ਹੋ ਗਏ ਹਨ। ਦਵਾਈਆਂ ਨਾਲ ਵਕਤੀ ਆਰਾਮ ਹੋ ਸਕਦਾ ਹੈ, ਬਾਕੀ ਸੇਵਾ ਜਿੰਨੀ ਤੁਸੀਂ ਕਰ ਸਕੋ ਕਰੀ ਚਲੋ। ਜਦੋਂ CMC ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਫਿਰ ਤਾਂ ਮੱਕਿਓਂ ਪਰੇ ਉਜਾੜ ਵਾਲੀ ਗੱਲ ਸੀ। ਸਾਰੇ ਦੁਨਿਆਵੀ ਆਸਰੇ ਢਹਿੰਦੇ ਦਿਸੇ। ਜ਼ਿੰਦਗੀ ਦੀ ਕੋਈ ਆਸ ਬਾਕੀ ਨਹੀਂ ਸੀ ਦਿਸਦੀ। ਹਾਂ, ਇਸ ਪ੍ਰੇਮੀ ਦੇ ਘਰੋਂ ਬੀਬੀ ਗੁਰਬਾਣੀ ਦੀ ਨਿਤਨੇਮਣ ਸੀ ਅਤੇ ਸੰਗਤੀ ਰੂਪ ਵਿੱਚ ਬਾਬਾ ਜੀ ਪਾਸ ਵੀ ਆਇਆ ਜਾਇਆ ਕਰਦੀ ਸੀ। ਉਹ ਪਿੰਡ ਦੇ ਇੱਕ ਗੁਰਮੁਖ ਪਿਆਰੇ ਭਾਈ ਮਹਿੰਦਰ ਸਿੰਘ, ਜੋ ਕਿ ਬਾਬਾ ਜੀ ਦੀ ਜੀਪ ਦੇ ਡਰਾਈਵਰ ਸਨ, ਜਿਨ੍ਹਾਂ ਦਾ ਜ਼ਿਕਰ ਪਿਛਲੇਰੇ ਕਾਂਡਾਂ ਵਿੱਚ ਵੀ ਆ ਚੁੱਕਾ ਹੈ, ਉਹਨਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਬਾਬਾ ਜੀ ਪਾਸ ਆਈ ਅਤੇ ਬੇਨਤੀ ਕੀਤੀ ਕਿ ਬਾਬਾ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਜੀ ਹੋਰੀ ਬਹੁਤ ਬਿਮਾਰ ਹਨ। ਡਾਕਟਰਾਂ ਨੇ ਬਿਲਕੁਲ ਜਵਾਬ ਦੇ ਦਿੱਤਾ ਹੈ, ਕਿਉਂਕਿ ਜਿਗਰ ਬਿਲਕੁਲ ਖਰਾਬ ਹੋ ਚੁੱਕਾ ਹੈ ਅਤੇ ਗੁਰਦੇ ਜਵਾਬ ਦੇਣ ਵਾਲੇ ਹਨ। ਐਵੇਂ ਥੋੜਾ ਜਿਹਾ ਸਮਾਂ ਪੂਰਾ ਕਰਨ ਵਾਲੀ ਗੱਲ ਹੀ ਹੈ। ਆਪ ਜੀ ਬੱਚਿਆਂ ਦੀ ਖਾਤਰ ਹੀ ਕਿਰਪਾ ਕਰ ਦਿਓ। ਬਾਬਾ ਜੀ ਬੀਬੀ ਦੀ ਗੱਲ ਸੁਣ ਕੇ ਕਹਿਣ ਲੱਗੇ ਕਿ 2-2.5 ਸਾਲ ਹੋ ਗਏ ਨੇ, ਉਸ ਨੇ ਕਈ ਵਾਰ ਬਚਨ ਕਰਕੇ ਤੋੜਿਆ ਹੈ, ਮੁੜ ਸ਼ਰਾਬ ਪੀ ਲੈਂਦਾ ਹੈ। ਅਸੀਂ ਵੀ ਕੀ ਕਰ ਸਕਦੇ ਹਾਂ। ਉਸ ਬੀਬੀ ਦੇ ਨਾਲ ਭਾਈ ਮਹਿੰਦਰ ਸਿੰਘ ਹੋਰੀ ਜੋ ਆਏ ਸਨ, ਉਹਨਾਂ ਨੇ ਵੀ ਬੇਨਤੀ ਕੀਤੀ ਕਿ ਬਾਬਾ ਜੀ,
ਬਲਦੇਵ ਸਿੰਘ ਦੀ ਜਾਨ ਬਚਾਉਣ ਲਈ ਕੋਈ ਉਪਾਅ ਦੱਸੋ। ਬਾਬਾ ਜੀ ਬੜੇ ਜੋਸ਼ ਵਿੱਚ ਕਹਿਣ ਲੱਗੇ ਕਿ ਜੇ ਸਿਫਾਰਿਸ਼ ਕਰਨੀ ਹੈ ਤਾਂ ਜ਼ਿੰਮੇਵਾਰੀ ਵੀ ਚੁੱਕਣੀ ਪਵੇਗੀ। ਜਾਂ ਉਸ ਨੂੰ ਪੁੱਛਿਆ ਕਿ ਉਹ ਸ਼ਰਾਬ ਛੱਡਣ ਨੂੰ ਤਿਆਰ ਹੈ। ਹਾਂ, ਜੇ ਉਹ ਸ਼ਰਾਬ ਛੱਡ ਦੇਵੇ, ਨਿਤਨੇਮ ਕਰਨ ਲੱਗ ਜਾਵੇ, ਫਿਰ ਅੰਮ੍ਰਿਤ ਛਕ ਕੇ ਸਤਿਗੁਰੂ ਜੀ ਦੀ ਭੈ ਭਾਵਨੀ ਵਿੱਚ ਜੀਵਨ ਬਤੀਤ ਕਰੇ ਤਾਂ ਬਿਨਾਂ ਹੋਰ ਦਵਾਈ ਖਾਧੇ ਤੋਂ ਹੀ ਠੀਕ ਹੋ ਸਕਦਾ ਹੈ। ਪਰ ਜੇਕਰ ਉਹ ਇਹ ਸ਼ਰਤਾਂ ਮੰਨੇ ਤਾਂ ਜਾਂ ਉਸ ਨੂੰ ਜਾ ਕੇ ਪੁੱਛ ਲਾ। ਜੇਕਰ ਉਹ ਇਹ ਸ਼ਰਤਾਂ ਮੰਨਦਾ ਹੈ ਤਾਂ ਜਾ ਕੇ ਲੈ ਆਵੋ। ਜਦੋਂ ਬੀਬੀ ਅਤੇ ਮਹਿੰਦਰ ਸਿੰਘ ਤੁਰਨ ਲੱਗੇ ਤਾਂ ਬਾਬਾ ਜੀ ਨੇ ਫਿਰ ਦੁਹਰਾਇਆ ਕਿ ਬਚਨ ਕਰਕੇ ਖਿਸਕੇ ਨਾ। ਦੂਜਾ, ਜੇ ਅੰਮ੍ਰਿਤ ਛਕ ਕੇ ਫਿਰ ਸ਼ਰਾਬ ਆਦਿ ਦੀ ਵਰਤੋਂ ਕਰਕੇ ਅੰਮ੍ਰਿਤ ਭੰਗ ਕੀਤਾ ਤਾਂ ਬਹੁਤਾ ਚਿਰ ਨਹੀਂ ਜੀਵੇਗਾ। ਦੋਵੇਂ ਜਣੇ ਬਾਬਾ ਜੀ ਪਾਸੋਂ ਵਿਦਾ ਲੈ ਕੇ ਸਿੱਧੇ ਲੁਧਿਆਣੇ ਹਸਪਤਾਲ ਪੁੱਜ ਗਏ ਅਤੇ ਬਲਦੇਵ ਸਿੰਘ ਹੋਰਾਂ ਨੂੰ ਬਾਬਾ ਜੀ ਦਾ ਸਾਰਾ ਬਚਨ ਦੱਸ ਦਿੱਤਾ। ਹੁਣ ਜਦੋਂ ਅਗਾਂਹ ਮੌਤ ਹੀ ਦੀਦੀ ਸੀ ਤਾਂ ਉਹ ਹਰ ਸ਼ਰਤ ਮੰਨਣ ਨੂੰ ਤਿਆਰ ਸੀ। ਹਸਪਤਾਲ ਤੋਂ ਛੁੱਟੀ ਲੈ ਕੇ ਗੱਡੀ ਵਿੱਚ ਮੰਜਾ ਰੱਖਿਆ ਤੇ ਸ਼ਾਮ ਨੂੰ ਪਿੰਡ ਮਾਛੀਆਂ ਪੁੱਜ ਗਏ। ਬਾਬਾ ਜੀ ਨੇ ਸਾਹ ਮਹਿੰਦਰ ਸਿੰਘ ਦੇ ਹੱਥ ਅਖੰਡ ਪਾਠ ਸਾਹਿਬ ਜੀ ਦਾ ਅੰਮ੍ਰਿਤ ਜਲ ਵੀ ਭੇਜ ਦਿੱਤਾ ਕਿ ਇਹ ਜਲ ਹਰ ਰੋਜ਼ 2-3 ਵਾਰੀ ਉਸ ਨੂੰ ਛਕਾਇਆ ਕਰੋ ਅਤੇ ਨਾਲ ਹੀ ਬਚਨ ਕੀਤਾ ਕਿ ਜਿੰਨਾ ਚਿਰ ਉਹ ਆਪ ਨਿਤਨੇਮ ਨਹੀਂ ਕਰ ਸਕਦਾ, ਕੋਈ ਘਰ ਦਾ ਮੈਂਬਰ ਜਾਂ ਤੁਸੀਂ ਉਸ ਨੂੰ 7 ਬਾਣੀਆਂ ਦਾ ਨਿਤਨੇਮ ਸੁਣਾਇਆ ਕਰੋ। ਜਿਸ ਵੇਲੇ ਤੁਰਨ ਫਿਰਨ ਜੋਗਾ ਹੋ ਜਾਏ ਤਾਂ ਢਿੱਲ ਨਹੀਂ ਕਰਨੀ, ਅੰਮ੍ਰਿਤ ਛਕਾ ਦੇਣਾ। ਹਰ ਰੋਜ਼ ਨਿਤਨੇਮ ਸੁਣਾਉਣ ਅਤੇ ਅੰਮ੍ਰਿਤ ਜਲ ਦੇਣ ਨਾਲ ਗੁਰਦੇ ਵੀ ਠੀਕ ਹੋਣ ਲੱਗ ਪਏ, ਸਰੀਰ ਵੀ ਤੁਰਨ ਫਿਰਨ ਵਾਲਾ ਹੋ ਗਿਆ। ਬਾਅਦ ਵਿੱਚ ਉਹ ਪਰਿਵਾਰ ਸਹਿਤ ਅੰਮ੍ਰਿਤਧਾਰੀ ਸਿੰਘ ਸੱਜ ਗਿਆ। ਨਿਤਨੇਮ ਵੀ ਪੂਰਾ ਕਰਦਾ ਰਿਹਾ। ਹੌਲੀ ਹੌਲੀ ਸਰੀਰ ਬਿਲਕੁਲ ਅਰੋਗ ਹੋ ਗਿਆ। ਘਰ ਦਾ ਤੇ ਗੱਡੀਆਂ ਦਾ ਕੰਮਕਾਜ ਆਪ ਸੰਭਾਲ ਲਿਆ। ਤਕਰੀਬਨ 1.5-2 ਸਾਲ ਪਿੱਛੋਂ ਇੱਕ ਦਿਨ ਆਪਣੀ ਘਰਵਾਲੀ ਨੂੰ ਉਹ ਪ੍ਰੇਮੀ ਕਹਿਣ ਲੱਗਾ ਕਿ ਇੱਕ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਜੇਕਰ ਤੂੰ ਇੱਕ ਆਂਡਾ ਰੋਜ਼ ਖਾਵੇਂ ਨਾ ਤਾਂ ਤੇਰੀ ਸਿਹਤ ਬਹੁਤ ਛੇਤੀ ਤਗੜੀ ਹੋ ਜਾਵੇਗੀ। ਉਸ ਪ੍ਰੇਮੀ ਨੇ ਮਜਬੂਰ ਕਰਕੇ ਆਪਣੀ ਘਰਵਾਲੀ ਨੂੰ ਬਾਬਾ ਜੀ ਪਾਸ ਭੇਜਿਆ। ਉਸ ਬੀਬੀ ਨੇ ਉਸੇ ਤਰ੍ਹਾਂ ਬਾਬਾ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ, ਮੇਰਾ ਪਤੀ ਇਸ ਤਰ੍ਹਾਂ ਆਖਦਾ ਹੈ। ਬਾਬਾ ਜੀ ਬਹੁਤ ਨਾਰਾਜ਼ ਹੋਏ ਤੇ ਆਖਿਆ ਕਿ ਉਦੋਂ ਉਹ ਡਾਕਟਰ ਕਿੱਥੇ ਗਿਆ ਹੋਇਆ ਸੀ ਜਦੋਂ ਤੁਸੀਂ ਦੱਸਦੇ ਸੋ ਕਿ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਬਲਦੇਵ ਸਿੰਘ ਨੂੰ ਕਹੋ ਕਿ ਐਵੇਂ ਬਹਾਨੇਬਾਜ਼ੀ ਨਹੀਂ ਕਰੀਦੀ। ਜਿੰਨਾ ਚਿਰ ਆਪਣੇ ਕੀਤੇ ਪਰਨ ਤੇ ਕਾਇਮ ਰਹੇਗਾ, ਠੀਕ ਓਨਾ ਚਿਰ ਹੀ ਰਹੇਗਾ। ਜਦੋਂ ਵੀ ਕੀਤਾ ਹੋਇਆ ਬਚਨ ਤੋੜਿਆ, ਉਸਨੇ ਮੁੜ ਬਿਮਾਰ ਹੋ ਜਾਣਾ, ਫਿਰ ਸਾਡੇ ਪਾਸ ਬਿਲਕੁਲ ਨਹੀਂ ਆਉਣਾ। ਬੀਬੀ ਜੀ ਨੇ ਬਾਬਾ ਜੀ ਦਾ ਬਚਨ ਆਪਣੇ ਪਤੀ ਨੂੰ ਦੱਸਿਆ, ਪਰ ਉਸ ਦਾ ਮਨ ਥਿੜਕ ਚੁੱਕਾ ਸੀ। ਥੋੜੇ ਹੀ ਦਿਨਾਂ ਬਾਅਦ ਉਸ ਨੇ ਸ਼ਰਾਬ ਵੀ ਪੀ ਲਈ ਤੇ ਆਂਡੇ ਵੀ ਖਾ ਲਏ। ਬਸ ਫਿਰ ਕੀ ਸੀ, ਉਸੇ ਦਿਨ ਤੋਂ ਐਸਾ ਢਿੱਲਾ ਹੋਇਆ ਕਿ ਮੁੜ ਰਾਜੀ ਹੀ ਨਾ ਹੋ ਸਕਿਆ ਤੇ ਸਰੀਰ ਤਿਆਗ ਗਿਆ। ਇੱਥੇ ਦੱਸਣ ਤੋਂ ਇਹ ਭਾਵ ਕਿ ਜਿੱਥੇ ਸਭ ਦਵਾਈਆਂ ਫੇਲ ਹੋ ਜਾਂਦੀਆਂ ਹਨ, ਉੱਥੇ ਗੁਰਬਾਣੀ ਨਾਮ ਰੂਪੀ ਔਸ਼ਧੀ ਰੋਗ ਕੱਟਦੀ ਹੈ। ਦੂਸਰੇ, ਅੰਮ੍ਰਿਤ ਦੀ ਸ਼ਕਤੀ ਸਭ ਸ਼ਕਤੀਆਂ ਤੋਂ ਸ਼੍ਰੋਮਣੀ ਹੈ। ਤੀਸਰਾ, ਜਿੰਨਾ ਚਿਰ ਮਨੁੱਖ ਆਪਣੇ ਕੀਤੇ ਬਚਨ ਤੇ ਕਾਇਮ ਰਹਿੰਦਾ ਹੈ, ਪਰਮੇਸ਼ਰ ਉਸ ਦੀ ਸਹਾਇਤਾ ਕਰਦਾ ਹੈ। ਜੋ ਬਚਨ ਕਰਕੇ ਫਿਰ ਉਸ ਤੋਂ ਮੁੱਕਰ ਜਾਂਦਾ ਹੈ, ਉਸ ਪ੍ਰਤੀ ਤਾਂ ਸਤਿਗੁਰੂ ਜੀ ਦਾ ਫੈਸਲਾ ਹੈ, ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਖੱਚਾ। ਕੱਚੇ ਮਨੁੱਖ ਦੀ ਗੁਰੂ ਚਰਨਾਂ ਵਿੱਚ ਕੋਈ ਥਾਂ ਨਹੀਂ। ਉਸ ਦਰ ਤਾਂ ਹੁਕਮ ਅਨੁਸਾਰ ਚੱਲਣ ਵਾਲਿਆਂ ਉੱਤੇ ਹੀ ਮਿਹਰ ਹੁੰਦੀ ਹੈ। ਜਦੋਂ ਮਨਮਤ ਦੀ ਖੋਟ ਰਲ ਕੇ ਹੁਕਮ ਮੰਨਣ ਵਿੱਚ ਢਿੱਲਾ ਆ ਜਾਂਦੀ ਹੈ, ਤਦ ਗੁਰੂ ਕਿਰਪਾ ਤੋਂ ਮਨੁੱਖ ਖਾਲੀ ਹੋ ਜਾਂਦਾ ਹੈ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ, ਖੋਟੇ ਠਵਰ ਨਾ ਪਾਏ ਨੀ ਰਲੈ ਜੂਠਾਨਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਾਡੇ ਲਈ ਅਗਵਾਈ ਭਰਿਆ ਇਹ ਬਚਨ ਗੁਰਬਾਣੀ ਵਿੱਚ ਪੰਨਾ 421 ਤੇ ਅੰਕਿਤ ਹੈ। ਬਾਬਾ ਜੀ ਬੜੀ ਦ੍ਰਿੜਤਾ ਨਾਲ ਬਚਨ ਕਰਿਆ ਕਰਦੇ ਸਨ ਕਿ ਸਰੀਰ ਦੇ ਜੋ ਵੀ ਰੋਗ ਹਨ, ਨਾਮ ਅਤੇ ਗੁਰਬਾਣੀ ਨਾਲ ਬਹੁਤ ਸ਼ੀਘਰ ਦੂਰ ਹੋ ਸਕਦੇ ਹਨ। ਆਤਮਾ ਨੂੰ ਅਰੋਗ ਹੁੰਦੇ ਸਮਾਂ ਲੱਗਦਾ ਹੈ, ਪਰ ਗੁਰਸਿੱਖ ਨੂੰ ਦ੍ਰਿੜਤਾ ਭਰੋਸੇ ਸਹਿਤ ਨਾਮ ਅਤੇ ਗੁਰਬਾਣੀ ਉੱਤੇ ਯਕੀਨ ਰੱਖ ਕੇ ਗੁਰੂ ਸ਼ਰਨ ਵਿੱਚ ਸੁਰਤ ਨੂੰ ਜੋੜ ਕੇ ਲੱਗੇ ਰਹਿਣਾ ਚਾਹੀਦਾ ਹੈ। ਅੰਮ੍ਰਿਤ ਦੀ ਮਹਾਨਤਾ ਅਤੇ ਗੁਰੂ ਵਾਲੇ ਬਣਨ ਵਾਸਤੇ ਅੰਮ੍ਰਿਤ ਛਕਣਾ ਜ਼ਰੂਰੀ ਹੈ। ਬਾਬਾ ਜੀ ਦੇ ਸਮੁੱਚੇ ਜੀਵਨ ਦਾ ਵਿਸ਼ੇਸ਼ ਮੰਤਵ ਅਤੇ ਨਿਸ਼ਾਨਾ ਕੇਵਲ ਤੇ ਕੇਵਲ ਇੱਕੋ ਇੱਕ ਸੀ ਕਿ ਸੰਸਾਰ ਦੇ ਜੀਵਾਂ ਨੂੰ ਗੁਰੂ ਵਾਲੇ ਬਣਾ ਕੇ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੋੜਨਾ ਹੈ। ਪਰਮੇਸ਼ਰ ਜੀ ਦੇ ਨਾਲ ਗੁਰੂ ਰਾਹੀਂ ਹੀ ਮਿਲਿਆ ਜਾ ਸਕਦਾ ਹੈ। ਜਦ ਤੋਂ ਸੰਸਾਰ ਬਣਿਆ ਹੈ, ਉਸ ਸਮੇਂ ਤੋਂ ਹੀ ਜਿਨ੍ਹਾਂ ਨੂੰ ਜਿੰਨੀ ਵੀ ਪ੍ਰਾਪਤੀ ਹੋਈ, ਉਹ ਗੁਰੂ ਦੁਆਰਾ ਹੀ ਹੋਈ ਹੈ। ਗੁਰਬਾਣੀ ਦਾ ਵੀ ਇਹ ਅਟਲ ਫੈਸਲਾ ਆਸਾ ਜੀ ਦੀ ਵਾਰ ਵਿੱਚ ਅਸੀਂ ਅਕਸਰ ਸਰਵਣ ਕਰਦੇ ਹਾਂ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਅਤੇ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਜੀ
ਸੂਹੀ ਰਾਗ ਵਿੱਚ ਫਰਮਾਨ ਕਰਦੇ ਹਨ, ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਵੀ ਸੂਹੀ ਰਾਗ ਵਿੱਚ ਫਰਮਾਨ ਕਰਦੇ ਹਨ, ਜੋ ਉਹਨਾਂ ਦਾ ਵਚਨ ਸਾਡੇ ਲਈ ਗੁਰਬਾਣੀ ਦੇ ਪੰਨਾ 768 ਉੱਪਰ ਅੰਕਿਤ ਹੈ ਕਿ ਮਨਮੁਖ ਭਗਤ ਕਰਹਿ ਬਿਨ ਸਤਿਗੁਰ, ਵਿਣ ਸਤਿਗੁਰ ਭਗਤ ਨਾ ਹੋਈ ਰਾਮ। हे ਪ੍ਰਾਣੀ, ਜੇ ਮਨ ਨੂੰ ਨਿਰਮਲ ਕਰਨਾ ਹੈ, ਮਨ ਉੱਪਰ ਜੋ ਮਾਇਆ ਦੀ ਮੈਲ ਲੱਗੀ ਹੋਈ ਹੈ, ਜੇ ਉਸ ਨੂੰ ਧੋਣਾ ਅਤੇ ਪਵਿੱਤਰ ਕਰਨਾ ਹੈ ਤਾਂ ਗੁਰੂ ਦੀ ਸ਼ਰਨ ਅਵਸ਼ ਗ੍ਰਹਿਣ ਕਰਨੀ ਪਵੇਗੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਸ੍ਰੀ ਰਾਗ ਵਿੱਚ ਇਹ ਫਰਮਾਨ ਸਾਡੇ ਲਈ ਪ੍ਰੇਰਣਾ ਸਰੋਤ ਹੈ ਕਿ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ, ਮੈਲ ਨ ਸਕੀ ਧੋਏ। ਗੁਰਬਾਣੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੋ ਪ੍ਰਾਣੀ ਗੁਰੂ ਵਾਲਾ ਨਹੀਂ ਬਣਦਾ, ਉਸ ਦਾ ਨਾਉ ਲੈਣਾ ਵੀ ਮਾੜਾ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਇਸ ਤੋਂ ਵੱਧ ਹੋਰ ਕੀ ਕਹਿ ਸਕਦੇ ਹਨ। ਗੁਰਮੰਤਰਹੀਣਸਯ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲਖਲੈ। ਉਹ ਮਨੁੱਖ ਜਿਸ ਨੇ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੰਤਰ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਸ ਦੇ ਜਨਮ ਨੂੰ ਸੈਂਕੜੇ ਵਾਰ ਲਾਹਨਤ ਹੈ ਅਤੇ ਉਸ ਦਾ ਜਨਮ ਭ੍ਰਿਸ਼ਟ ਹੈ। ਉਸ ਦਾ ਮਨੁੱਖਾ ਜਨਮ ਕਾਂ, ਕੁੱਤੇ, ਸੂਰ, ਖੋਤੇ ਅਤੇ ਸੱਪ ਦੇ ਸਮਾਨ ਹੈ। ਗੁਰਦੇਵ ਜੀ ਤਾਂ ਬੁਲੰਦ ਆਵਾਜ਼ ਨਾਲ ਸਾਡੇ ਸਾਰੇ ਸੰਸਾਰ ਦੀ ਲੁਕਾਈ ਨੂੰ ਸੁਚੇਤ ਕਰਦੇ ਹਨ ਕਿ ਮਤਾਂ ਕੋਈ ਐਵੇਂ ਭਰਮ ਭੁਲੇਖੇ ਵਿੱਚ ਰਹੇ ਕਿ ਮੇਰਾ ਗੁਰੂ ਵਾਲੇ ਬਣੇ ਤੋਂ ਬਿਨਾਂ ਛੁਟਕਾਰਾ ਹੋ ਜਾਵੇਗਾ, ਪਰ ਗੁਰੂ ਤੋਂ ਬਿਨਾਂ ਕੋਈ ਵੀ ਨਾ ਪਿੱਛੇ ਪਾਰ ਲੰਘਿਆ ਹੈ, ਨਾ ਹੁਣ ਹੀ ਪਾਰ ਲੰਘੇਗਾ। ਗੌਂਡ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਮਤ ਕੋ ਭਰਮ ਭੁਲੈ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਮਨ ਉੱਪਰ ਜੋ ਜਨਮਾਂ ਦੀ ਮੈਲ ਲੱਗੀ ਹੋਈ ਹੈ, ਉਸ ਨੂੰ ਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਨਾਲ ਹੀ ਧੋਤਾ ਜਾ ਸਕਦਾ ਹੈ। ਹੋਰ ਕੋਈ ਵੀ ਢੰਗ ਤਰੀਕਾ ਨਹੀਂ। ਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਤੇ ਆਵਾਗਮਨ ਦਾ ਚੱਕਰ ਮੁੱਕ ਜਾਂਦਾ ਹੈ, ਮੁੜ ਜੂਨਾਂ ਵਿੱਚ ਨਹੀਂ ਭਟਕਣਾ ਪੈਂਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੁ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ, ਨਾਨਕ ਮੈਲ ਨ ਲੱਗਈ, ਨਾ ਫਿਰ ਜੋਨੀ ਪਾਹੁ। ਸਤਿਗੁਰੂ ਜੀ ਦੀ ਕਿਰਪਾ ਗੁਰੂ ਵਾਲੇ ਬਣ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਵਾਲੇ ਬਣਨ ਦਾ ਢੰਗ ਤਰੀਕਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਭਰੇ ਦੀਵਾਨ ਵਿੱਚ ਦੱਸਿਆ ਸੀ ਕਿ ਗੁਰੂ ਦੀਖਿਆ ਦਾ ਅਧਿਕਾਰ ਜੋ ਸਤਿਗੁਰਾਂ ਪਾਸ ਸੀ, ਉਸ ਨੂੰ ਸਾਰੀ ਲੁਕਾਈ ਸਾਹਮਣੇ ਪੰਜਾਂ ਨੂੰ ਭਾਵ ਜਿਨ੍ਹਾਂ ਨੇ ਗੁਰੂ ਹੁਕਮ ਨੂੰ ਮੰਨ ਕੇ ਗੁਰੂ ਨੂੰ ਆਪਾ ਨਿਸ਼ਾਵਰ ਕੀਤਾ, ਉਹਨਾਂ ਪੰਜਾਂ ਪਿਆਰਿਆਂ ਨੂੰ ਸੌਂਪ ਦਿੱਤਾ। ਪਹਿਲੇ ਆਪ ਅੰਮ੍ਰਿਤ ਤਿਆਰ ਕਰਕੇ ਛਕਾ ਕੇ ਉਹਨਾਂ ਨੂੰ ਗੁਰੂ ਵਾਲੇ ਬਣਾਇਆ ਅਤੇ ਦੀਕਸ਼ਿਤ ਕੀਤਾ, ਕਿਉਂਕਿ ਅਜੇ ਤੱਕ ਇਹ ਦੀਖਿਆ ਦੇਣ ਦਾ ਅਧਿਕਾਰ ਗੁਰੂ ਪਾਸ ਹੀ ਸੀ। ਤੇ ਹੁਣ ਉਸ ਤੋਂ ਬਾਅਦ ਪੰਚਨ ਮੈਂ ਨਿਤ ਵਰਤਨ ਮੈਂ ਹੂੰ, ਪੰਚ ਮਿਲੇ ਸੇ ਪੀਰਨ ਪੀਰ, ਅਤੇ ਪੰਚਨ ਮੈਂ ਮੇਰੂ ਨਿਜ ਵਾਸਾ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਪੰਜਾਂ ਪਾਸੋਂ ਅੰਮ੍ਰਿਤ ਤਿਆਰ ਕਰਵਾ ਕੇ ਆਪ ਛਕਿਆ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਪਣੇ ਆਪ ਵਿੱਚ ਵੱਡੇ ਤੋਂ ਵੱਡਾ ਕਹਾਉਣ ਵਾਲਾ ਵਿਅਕਤੀ ਇਹ ਨਾ ਕਹੇ ਕਿ ਮੈਨੂੰ ਗੁਰੂ ਦੀਖਿਆ ਦੀ ਲੋੜ ਨਹੀਂ। ਜਰਾ ਸੋਚੀਏ ਕਿ ਜੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਇਸ ਅੰਮ੍ਰਿਤ ਛਕਣ ਦੀ ਮਰਜ਼ਾਦਾ ਤੋਂ ਵਾਂਝੇ ਨਹੀਂ ਰੱਖਿਆ, ਤਾਂ ਆਪਾਂ ਕਿਵੇਂ ਇਸ ਅੰਮ੍ਰਿਤਪਾਨ ਕਰਨ ਦੀ ਮਰਜ਼ਾਦਾ ਤੋਂ ਵਾਂਝੇ ਰਹਿ ਕੇ ਇਹ ਆਸ ਕਰ ਸਕਦੇ ਹਾਂ ਕਿ ਸ਼ਾਇਦ ਸਾਡੇ ਉੱਪਰ ਵੀ ਗੁਰੂ ਕੀ ਖੁਸ਼ੀ ਹੋ ਜਾਵੇਗੀ? ਕਦਾਚਿਤ ਵੀ ਨਹੀਂ। ਬਾਬਾ ਜੀ ਅੰਮ੍ਰਿਤ ਦੀ ਮਹਾਨਤਾ ਪਰਥਾਏਵੀ ਇਤਿਹਾਸ ਵਿੱਚੋਂ 2-3 ਸਾਖੀਆਂ ਆਮ ਜਗਿਆਸੂਆਂ ਨੂੰ ਸੁਣਾਉਂਦੇ ਹੁੰਦੇ ਸਨ ਕਿ ਦੇਖੋ, ਭਾਈ ਡੱਲਾ ਜੀ ਜੋ ਸਤਿਗੁਰੂ ਜੀ ਦੇ ਅਤ ਪ੍ਰੇਮੀ ਸਨ ਅਤੇ ਸਤਿਗੁਰਾਂ ਉੱਪਰ ਅਥਾਹ ਸ਼ਰਧਾ ਭਾਵ ਨਹੀਂ ਰੱਖਦੇ ਸਨ, ਜਦ ਮੁਕਤਸਰ ਦਾ ਯੁੱਧ ਜਿੱਤਣ ਉਪਰੰਤ ਸਤਿਗੁਰੂ ਜੀ ਨੇ ਦੱਖਣ ਨੂੰ ਜਾਣ ਦਾ ਤਿਆਰਾ ਕੀਤਾ ਤਾਂ ਰਸਤੇ ਵਿੱਚ ਭਾਈ ਡੱਲੇ ਪਾਸ ਪੜਾਓ ਕੀਤਾ। ਭਾਈ ਡੱਲੇ ਨੇ ਤਾਨ ਮਾਨ ਧਨ ਨਾਲ ਸਤਿਗੁਰੂ ਜੀ ਦੀ ਬੇਅੰਤ ਸੇਵਾ ਕੀਤੀ। ਸਤਿਗੁਰੂ ਜੀ ਡੱਲੇ ਦੀ ਪ੍ਰੇਮ ਨਾਲ ਕੀਤੀ ਸੇਵਾ ਉੱਪਰ ਅਤਿਅੰਤ ਪ੍ਰਸੰਨ ਹੋਏ। ਇੱਕ ਦਿਨ ਆਪਣੀ ਮੌਜ ਵਿੱਚ ਡੱਲੇ ਨੂੰ ਕੋਲ ਸੱਦ ਕੇ ਬਚਨ ਕੀਤਾ ਕਿ ਤੈਂ ਸਾਡੀ ਬਹੁਤ ਸੇਵਾ ਕੀਤੀ ਹੈ, ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਕੁਝ ਮੰਗ ਲੈ। ਭਾਈ ਡੱਲੇ ਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਦਾਤਾਰ ਜੀ, ਆਪ ਜੀ ਦਾ ਬਖਸ਼ਿਆ ਹੋਇਆ ਬਹੁਤ ਕੁਝ ਹੈ, ਕਿਸੇ ਵੀ ਵਸਤੂ ਦੀ ਲੋੜ ਨਹੀਂ। ਸਤਿਗੁਰੂ ਜੀ ਨੇ ਫਿਰ ਦੁਬਾਰਾ ਬਚਨ ਕੀਤਾ ਕਿ ਡੱਲਿਆ ਕੁਝ ਤਾਂ ਮੰਗ। ਡੱਲੇ ਨੇ ਫਿਰ ਸਤਿਗੁਰੂ ਜੀ ਦਾ ਧੰਨਵਾਦ ਹੀ ਕੀਤਾ।
ਸਤਿਗੁਰੂ ਜੀ ਨੇ ਪਿਆਰ ਵਿੱਚ ਫਿਰ ਤੀਸਰਾ ਬਚਨ ਕੀਤਾ। ਤਦ ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਦਾਤਾ, ਜੇਕਰ ਬਹੁਤ ਹੀ ਤਰੁੱਠੇ ਹੋ ਤਦ ਪਰਲੋਕ ਵਿੱਚ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ ਦਿਓ, ਹੋਰ ਕਿਸੇ ਕਿਸਮ ਦੀ ਇੱਛਾ ਨਹੀਂ। ਸਤਿਗੁਰਾਂ ਬਚਨ ਕੀਤਾ ਕਿ ਜੇ ਇਹ ਇੱਛਾ ਹੈ ਫਿਰ ਅੰਮ੍ਰਿਤ ਛਕੋ। ਡੱਲਾ ਸਿੰਘ ਕਹਾਵੋ, ਸਿਦਕ ਦੀ ਕਮਾਈ ਕਰੋ। ਡੱਲੇ ਨੇ ਕਿਹਾ, ਮੈਂ ਤਾਂ ਬਹੁਤ ਅੰਮ੍ਰਿਤ ਛਕਿਆ ਹੈ। ਸਤਿਗੁਰੂ ਜੀ ਨੇ ਪੁੱਛਿਆ ਕਿ ਤੈਂ ਕਿੱਥੋਂ ਅੰਮ੍ਰਿਤ ਛਕਿਆ ਹੈ? ਅਸਾਂ ਤਾਂ ਤੈਨੂੰ ਛਕਦਿਆਂ ਨਾ ਡਿੱਠਾ ਨਾ ਸੁਣਿਆ। ਡੱਲੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪ ਜੀ ਦੇ ਥਾਲ ਵਿੱਚੋਂ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਲੈ ਕੇ ਮੈਂ ਰੋਜ਼ ਛਕਦਾ ਰਿਹਾ ਹਾਂ। ਸਤਿਗੁਰਾਂ ਫੇਰ ਹੁਕਮ ਕੀਤਾ ਕਿ ਡੱਲਿਆ, ਉਹ ਅੰਮ੍ਰਿਤ ਛਕ ਜੋ ਸ਼ਸਤਰ ਨਾਲ ਤਿਆਰ ਹੁੰਦਾ ਹੈ। ਡੱਲੇ ਫਿਰ ਕਿਹਾ ਕਿ ਪਾਤਸ਼ਾਹ ਜੀ, ਅਸੀਂ ਜੋ ਕੜਾਹ ਪ੍ਰਸ਼ਾਦ ਰੋਜ਼ ਛਕਦੇ ਹਾਂ, ਕਿਰਪਾਨ ਭੇਟ ਹੋ ਕੇ ਸ੍ਰੀ ਜੀ ਦੇ ਮੁਖਾਰਬਿੰਦ ਲੱਗਦਾ ਹੈ, ਸੋ ਆਪ ਜੀ ਦਾ ਬਖਸ਼ਿਆ ਸ਼ਸਤਰ ਸਜਿਆ ਅੰਮ੍ਰਿਤ ਜਾਣ ਕੇ ਦਾਸ ਇਹ ਵੀ ਛਕਦਾ ਰਿਹਾ ਹੈ। ਸਤਿਗੁਰੂ ਜੀ ਇਹ ਵਾਕ ਸੁਣ ਕੇ ਮੁਸਕਰਾਏ ਤੇ ਬਚਨ ਕੀਤਾ, ਡੱਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ, ਜੋ ਅੰਮ੍ਰਿਤ ਖੰਡੇ ਕੋ ਲੈ ਹੈ, ਗੁਰ ਕੇ ਸੋ ਜਹਾਜ਼ ਚੜ੍ਹ ਜਾਏ। ਡੱਲੇ ਨੇ ਨੈਣ ਭਰ ਕੇ ਸੀਸ ਨਵਾਇਆ ਤੇ ਵਿਗਸ ਕੇ ਆਖਿਆ ਕਿ ਸਤ ਬਚਨ ਪਾਤਸ਼ਾਹ ਜੀਓ। ਅਗਲੇ ਹੀ ਦਿਨ ਹੋਰ ਬੇਅੰਤ ਪ੍ਰੇਮੀਆਂ ਸਮੇਤ ਡੱਲੇ ਨੇ ਅੰਮ੍ਰਿਤਪਾਨ ਕੀਤਾ ਤੇ ਡੱਲਾ ਸਿੰਘ ਸਜ ਗਿਆ। ਜਦੋਂ ਅੰਮ੍ਰਿਤਪਾਨ ਕਰਕੇ ਡੱਲਾ ਸਤਿਗੁਰੂ ਜੀ ਦੀ ਹਜ਼ੂਰੀ ਹਾਜ਼ਰ ਹੋਇਆ ਤਾਂ ਸਤਿਗੁਰਾਂ ਸਰੋਪਾ ਬਖਸ਼ਿਸ਼ ਕੀਤਾ, ਜਿਸ ਵਿੱਚ ਇੱਕ ਵੱਡੀ ਖੜਗ, ਇੱਕ ਢਾਲ, ਇੱਕ ਜੋੜੀ ਹੀਰਿਆਂ ਨਾਲ ਜੜਾਊ ਕੜਿਆਂ ਦੀ ਅਤੇ ਆਪਣੇ ਬਸਤਰ, 2 ਦਸਤਾਰੇ, 2 ਚੋਲੇ ਤੇ 2 ਚੂੜੀਦਾਰ ਪਜਾਮੇ ਅਤੇ ਹੋਰ ਬੇਅੰਤ ਵਰ ਦਿੱਤੇ ਤੇ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਆ। ਹੁਣ ਵਿਚਾਰੀਏ ਕਿ ਜੇ ਡੱਲੇ ਨੂੰ, ਜਿਸ ਨੇ ਸਤਿਗੁਰੂ ਜੀ ਨੂੰ ਤਾਨ ਮਨ ਧਨ ਨਾਲ ਬੇਅੰਤ ਸੇਵਾ ਕਰਕੇ ਖੁਸ਼ ਕੀਤਾ ਤੇ ਸਤਿਗੁਰਾਂ ਨੇ ਆਪ ਪ੍ਰਸੰਨ ਹੋ ਕੇ ਕੁਝ ਮੰਗਣ ਲਈ ਹੁਕਮ ਕੀਤਾ ਸੀ, ਇੱਕ ਪੀੜੀ ਜਿੰਨੀ ਜਗ੍ਹਾ ਗੁਰੂ ਚਰਨਾਂ ਵਿੱਚ ਅੰਮ੍ਰਿਤ ਛਕਣ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਿਆ, ਤਾਂ ਅਸੀਂ ਕਿਸ ਬਲਬੂਤੇ ਤੇ ਇਹ ਆਸ ਰੱਖ ਸਕਦੇ ਹਾਂ ਕਿ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰ ਦੇਣਗੇ? ਕਦਾਚਿਤ ਵੀ ਨਹੀਂ। ਗੁਰੂ ਚਰਨਾਂ ਵਿੱਚ ਸਮਾਈ ਲੈਣ ਲਈ ਤਾਂ ਗੁਰਮਰਜ਼ਾਦਾ ਨੂੰ ਧਾਰਨ ਕਰਨਾ ਹੀ ਪਵੇਗਾ। ਜਿਵੇਂ ਰਹਿਤਨਾਮੇ ਵਿੱਚ ਹੁਕਮ ਹੈ, ਪ੍ਰਥਮ ਰਹਿਤ ਜੇ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਲੈ। ਇਸ ਤੋਂ ਇਲਾਵਾ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵੰਸ਼ ਵਿੱਚੋਂ 8ਵੀਂ ਜਗ੍ਹਾ ਬਾਬਾ ਕਲਾਧਾਰੀ ਜੀ ਦੀ ਸਾਖੀ ਵੀ ਸੁਣਾਇਆ ਕਰਦੇ ਸਨ ਕਿ ਦੇਖੋ, ਬੇਦੀ ਕੁਲ ਕਿੰਨੀ ਸ੍ਰੇਸ਼ਟ ਤੇ ਉੱਤਮ ਸੀ, ਜਿਸ ਵਿੱਚ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਇੱਕ ਸਮਾਂ ਅਜਿਹਾ ਆਇਆ ਕਿ ਬਾਬਾ ਕਲਾਧਾਰੀ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਚੱਲ ਕੇ ਗਏ। ਸਤਿਗੁਰੂ ਜੀ ਨੇ ਗੁਰੂ ਕੋਲ ਜਾਣ ਕੇ ਬਾਬਾ ਜੀ ਦਾ ਬੇਅੰਤ ਅਦਬ ਸਤਿਕਾਰ ਕੀਤਾ ਤੇ ਦਰਸ਼ਨ ਦੇਣ ਦਾ ਕਾਰਨ ਪੁੱਛਿਆ। ਬਾਬਾ ਕਲਾਧਾਰੀ ਜੀ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪ ਜੀ ਪਾਸ ਜਾਚਕ ਬਣ ਕੇ ਆਏ ਹਾਂ। ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨੂੰ ਬੜੇ ਪਿਆਰ ਨਾਲ ਕਿਹਾ ਕਿ ਆਪ ਜੀ ਤਾਂ ਵੱਡਿਆਂ ਦੀ ਕੁਲ ਵਿੱਚੋਂ ਹੋ, ਹੁਕਮ ਕਰੋ। ਤਦ ਬਾਬਾ ਕਲਾਧਾਰੀ ਜੀ ਨੇ ਬੇਨਤੀ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੰਸ਼ ਦਾ ਅਗਾਂਹ ਵਾਧਾ ਰੁਕ ਗਿਆ ਹੈ, ਆਪ ਕਿਰਪਾ ਕਰੋ, ਪੋਤਰੇ ਦੀ ਦਾਤ ਬਖਸ਼ੋ। ਇਹ ਬਚਨ ਸੁਣ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੰਭੀਰਤਾ ਵਿੱਚ ਆ ਕੇ ਕੁਝ ਦੇਰ ਲਈ ਚੁੱਪ ਹੋ ਗਏ ਤੇ ਥੋੜੇ ਸਮੇਂ ਬਾਅਦ ਬਚਨ ਕੀਤਾ ਕਿ ਬਾਬਾ ਜੀ, ਆਪ ਜੀ ਨੇ ਅੰਮ੍ਰਿਤ ਛਕਿਆ ਹੈ? ਬਾਬਾ ਕਲਾਧਾਰੀ ਜੀ ਨੇ ਉੱਤਰ ਦਿੱਤਾ ਕਿ ਗਰੀਬ ਨਵਾਜ, ਮੈਂ ਤਾਂ ਅੰਮ੍ਰਿਤ ਨਹੀਂ ਛਕਿਆ, ਮੇਰਾ ਸਰੀਰ ਵੀ ਵਡੇਰਾ ਹੋ ਗਿਆ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਆਪਣੇ ਪੁੱਤਰ ਨੂੰ ਅੰਮ੍ਰਿਤ ਛਕਾਓ, ਕੁਲ ਦਾ ਵਾਧਾ ਹੋ ਜਾਵੇਗਾ। ਬਾਬਾ ਕਲਾਧਾਰੀ ਜੀ ਨੇ 7 ਬਚਨ ਕਿਹਾ। ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਾਸੋਂ ਗਾਤਰੇ ਪਹਿਨਣ ਵਾਲੀ ਸ੍ਰੀ ਸਾਹਿਬ ਬਖਸ਼ਿਸ਼ ਕੀਤੀ, ਜੋ ਸਤਿਗੁਰੂ ਜੀ ਨੇ ਬਾਬਾ ਅਜੀਤ ਸਿੰਘ ਨੂੰ ਗਾਤਰੇ ਪਹਿਨਣ ਵਾਸਤੇ ਬਖਸ਼ੀ ਸੀ। ਅੱਜ ਵੀ ਉਹਨਾਂ ਦੀ ਅੰਸ਼-ਬੰਸ਼ ਵਿੱਚ ਇਹ ਸ੍ਰੀ ਸਾਹਿਬ ਵੇਖੀ ਜਾ ਸਕਦੀ ਹੈ। ਸੋ ਦਾਸਰਿਆਂ ਨੇ ਵੀ ਬਾਬਾ ਸਰਬਜੋਤ ਸਿੰਘ ਜੀ, ਜੋ ਹਜੂਰ ਬਾਬਾ ਸਾਹਿਬ ਸਿੰਘ ਜੀ ਦੀ ਗੱਦੀ ਤੇ ਊਨਾ ਸਾਹਿਬ ਬਿਰਾਜਮਾਨ ਹਨ, ਉਹਨਾਂ ਦੇ ਗਾਤਰੇ ਪਹਿਨੀ ਹੋਈ ਉਹ ਸ੍ਰੀ ਸਾਹਿਬ ਦੇ ਦਰਸ਼ਨ ਕੀਤੇ, ਜੋ ਗੁਰਦੇਵ ਪਾਤਸ਼ਾਹ ਜੀ ਨੇ ਆਪ ਬਾਬਾ ਕਲਾਧਾਰੀ ਜੀ ਦੇ ਪੋਤਰੇ ਬਾਬਾ ਅਜੀਤ ਸਿੰਘ ਜੀ ਨੂੰ ਅੰਮ੍ਰਿਤ ਛਕਣ ਤੋਂ ਪਹਿਲਾਂ ਬਖਸ਼ਿਸ਼ ਕੀਤੀ ਸੀ। ਸੋ ਬਾਬਾ ਕਲਾਧਾਰੀ ਜੀ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਅੰਮ੍ਰਿਤ ਛਕਾਇਆ। ਸਤਿਗੁਰੂ ਜੀ ਦੇ ਸਨਮੁਖ ਬਾਬਾ ਅਜੀਤ ਸਿੰਘ ਜੀ ਅੰਮ੍ਰਿਤ ਛਕ ਕੇ ਹਾਜ਼ਰ ਹੋਏ। ਤਦ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਬਚਨ ਕੀਤਾ ਕਿ ਆਪ ਦੇ ਘਰ ਬਹੁਤ ਮਹਾਬਲੀ ਯੋਧਾ ਪੁੱਤਰ ਪੈਦਾ ਹੋਵੇਗਾ, ਜੋ ਰਾਜ ਤਿਲਕ ਦੇਵੇਗਾ। ਰਾਜੇ ਮਹਾਰਾਜੇ ਵੀ ਉਸ ਨੂੰ ਸਿਰ ਨਵਾਉਣਗੇ, ਕਾਠ ਦੀਆਂ ਤੋਪਾਂ ਚਲਾਵੇਗਾ ਤੇ ਬਹੁਤ ਸਤਿਆਵਾਨ ਹੋਵੇਗਾ, ਗੁਰਸਿੱਖੀ ਦਾ ਬੇਅੰਤ ਪ੍ਰਚਾਰ ਕਰੇਗਾ। ਸੋ ਥੋੜੇ ਹੀ ਸਮੇਂ ਬਾਅਦ ਬਾਬਾ ਅਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਜਨਮ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਵਰਾਂ ਨੂੰ ਸਾਕਾਰ ਕੀਤਾ। ਜਰਾ ਸੋਚੋ
ਕਿ ਜੇਕਰ ਪਰਮੇਸ਼ਰ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੁੱਲ ਖੜੋ ਸਕਦੀ ਹੈ, ਅੰਮ੍ਰਿਤ ਛਕਣ ਤੱਕ ਉਸ ਕੁੱਲ ਵਿੱਚ ਵਾਧਾ ਨਹੀਂ ਹੋਇਆ, ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ ਜੋ ਬਿਨਾਂ ਅੰਮ੍ਰਿਤ ਛਕੇ ਤੋਂ ਹੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੀ ਆਸ ਰੱਖੀਏ। ਸੋ ਮਨ ਵਿੱਚੋਂ ਭੁਲੇਖਾ ਕੱਢ ਦੇਣਾ ਚਾਹੀਦਾ ਹੈ। ਅੰਮ੍ਰਿਤ ਛਕਣ ਨਾਲ ਲੋਕ ਪਰਲੋਕ ਦੇ ਪਦਾਰਥ ਪ੍ਰਾਪਤ ਹੁੰਦੇ ਹਨ। ਬਾਬਾ ਜੀ ਅਕਸਰ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਬਚਨ ਸੁਣਾਇਆ ਕਰਦੇ ਸਨ ਕਿ ਭਾਈ ਸਾਹਿਬ ਹੋਰੀ ਕਿਹਾ ਕਰਦੇ ਸਨ ਕਿ ਸੰਸਾਰ ਵਿੱਚ ਉਹ ਮਨੁੱਖ ਜਿਸ ਦੇ ਭਾਗਾਂ ਵਿੱਚ ਇੱਕ ਵਕਤ ਦਾ ਪ੍ਰਸ਼ਾਦਾ ਲਿਖਿਆ ਹੋਵੇ ਅਤੇ ਦੂਸਰੇ ਡੰਗ ਭੁੱਖਾ ਰਹਿਣਾ ਹੋਵੇ, ਜੇ ਉਹ ਪ੍ਰਾਣੀ ਸਤਿਗੁਰੂ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਵੇ, ਪੂਰਨ ਰਹਿਤ ਤੇ ਰਹਿਣੀ ਦਾ ਧਾਰਨੀ ਬਣ ਜਾਵੇ, ਤਾਂ ਉਸ ਨੂੰ ਦੋਵੇਂ ਵਕਤ ਦਾ ਪ੍ਰਸ਼ਾਦਾ ਮਿਲਣ ਲੱਗ ਜਾਵੇਗਾ। ਉਸ ਦਾ ਦੁਨਿਆਵੀ ਕੋਈ ਵੀ ਕੰਮ ਨਹੀਂ ਅੜੇਗਾ। ਇੰਨਾ ਫਰਕ ਤਾਂ ਇਸ ਸੰਸਾਰ ਵਿੱਚ ਹੀ ਪੈ ਜਾਂਦਾ ਹੈ। ਬਾਕੀ ਪਰਲੋਕ ਦੀਆਂ ਜੋ ਬਖਸ਼ਿਸ਼ਾਂ ਸਤਿਗੁਰੂ ਜੀ ਬਖਸ਼ਦੇ ਹਨ, ਉਹਨਾਂ ਦੀ ਤਾਂ ਗਿਣਤੀ ਹੋ ਹੀ ਨਹੀਂ ਸਕਦੀ। ਬਾਬਾ ਜੀ ਆਪਣਾ ਅਨੁਭਵ ਦੱਸਿਆ ਕਰਦੇ ਸਨ ਕਿ ਜੋ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਵੇ, ਸੱਤਾਂ ਬਾਣੀਆਂ ਦਾ ਪ੍ਰੇਮ ਨਾਲ ਨਿਤਨੇਮ ਕਰੇ, ਚੌਂਕ ਰਹਿਤਾਂ ਤੋਂ ਪੂਰਨ ਤੌਰ ਤੇ ਬਚ ਕੇ ਰਹੇ, ਪੰਜਾਂ ਰਹਿਤਾਂ ਦਾ ਧਾਰਨੀ ਹੋਵੇ, ਤਦ ਸਰੀਰ ਤਿਆਗਣ ਉਪਰੰਤ ਉਸ ਨੂੰ ਕਦੇ ਵੀ ਜਮਦੂਤ ਨਹੀਂ ਲਿਜਾਂਦੇ। ਉਸ ਦੀ ਆਤਮਾ ਸਿੱਧੀ ਗੁਰੂ ਚਰਨਾਂ ਵਿੱਚ ਪੁੱਜ ਜਾਵੇਗੀ। ਜੇ ਨਾਮ ਸਿਮਰਨ ਦੁਆਰਾ, ਭਜਨ ਬੰਦਗੀ ਦੁਆਰਾ ਉਸ ਦੀ ਅਵਸਥਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਵਾਲੀ ਹੋਵੇ, ਤਾਂ ਸਤਿਗੁਰੂ ਜੀ ਉਸ ਨੂੰ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦੇ ਹਨ। ਜੇਕਰ ਥੋੜੀ ਕਸਰ ਰਹਿੰਦੀ ਹੋਵੇ, ਤਦ ਦੁਬਾਰਾ ਕਿਸੇ ਚੰਗੇ ਗੁਰਸਿੱਖ ਪ੍ਰੇਮੀ ਦੇ ਘਰ ਵਿੱਚ ਜਨਮ ਦੇ ਕੇ ਉਸ ਆਤਮਾ ਨੂੰ ਰਹਿੰਦੀ ਹੋਈ ਨਾਮ ਦੀ ਕਮਾਈ ਕਰਨ ਵਾਸਤੇ ਸਮਾਂ ਬਖਸ਼ਿਸ਼ ਕਰ ਦਿੰਦੇ ਹਨ। ਬਸ ਇੰਜ ਜਾਣ ਲਵੋ ਕਿ ਜੋ ਗੁਰੂ ਦੀ ਸ਼ਰਨ ਵਿੱਚ ਆ ਗਿਆ, ਧਰਮ ਰਾਜੇ ਨਾਲ ਉਸ ਦਾ ਕੋਈ ਵਾਸਤਾ ਨਹੀਂ ਰਹਿੰਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰਸਿੱਖ ਨੂੰ ਰਤਾ ਵੀ ਸਹਿਸਾ ਰੱਖਣ ਦੀ ਲੋੜ ਨਹੀਂ। ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਉੱਪਰ ਸੰਸਾਰ ਦਾ ਕੋਈ ਵੀ ਦੇਵੀ ਦੇਵਤਾ ਜਾਂ ਕੋਈ ਭੈੜੀ ਰੂਹ, ਭੂਤ ਪ੍ਰੇਤ ਜਿਨ ਇਤ ਆਦਿਕ ਸੰਸਾਰ ਦੇ ਜੰਤਰ ਮੰਤਰ ਟੂਣੇ ਟਪਾਣੇ ਆਦਿਕ ਕਦਾਚਿਤ ਵੀ ਅਸਰ ਨਹੀਂ ਪਾ ਸਕਦੇ। ਬਾਬਾ ਜੀ ਨੂੰ ਵੀ ਪਰਮਾਰਥ ਦੀਆਂ ਜੋ ਵੀ ਪ੍ਰਾਪਤੀਆਂ ਹੋਈਆਂ, ਉਹ ਸਭ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤੀ ਜੋਤ ਗੁਰੂ ਮੰਨ ਕੇ ਗੁਰਮਤ ਅਨੁਸਾਰ ਨਾਮ ਸਿਮਰਨ ਦੀ ਕਮਾਈ ਕਰਨ ਨਾਲ ਹੀ ਪ੍ਰਾਪਤ ਹੋਈਆਂ। ਸੋ ਆਪਾਂ ਵੀ ਜੇ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ ਹੈ, ਰਹਿਤ ਅਤੇ ਰਹਿਣੀ ਦੇ ਧਾਰਨੀ ਹਾਂ, ਤਾਂ ਧੰਨਤਾ ਦੇ ਯੋਗ ਹਾਂ। ਪਰ ਜੇ ਅਜੇ ਨਿਗੁਰੇ ਪੁਣੇ ਦੀ ਜੂਠ ਤੋਂ ਛੁਟਕਾਰਾ ਨਹੀਂ ਪਾ ਸਕੇ, ਤਾਂ ਆਪਣੇ ਹੀ ਭਲੇ ਲਈ ਹੋਰ ਸਮਾਂ ਅਜਾਈਂ ਗਵਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਉਸ ਕਰਮ ਨੂੰ ਕਰਨ ਲਈ ਦੇਰ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਕੇਵਲ ਤੇ ਕੇਵਲ ਆਪਣਾ ਹੀ ਭਲਾ ਹੋਵੇ ਤੇ ਧਰਮ ਦਾ ਕਾਰਜ ਹੋਵੇ। ਪਾਪ ਕਰਮ ਕਰਨਾ ਹੋਵੇ ਤਾਂ ਜ਼ਰੂਰ ਦੇਰੀ ਕਰ ਦੇਣੀ ਚਾਹੀਦੀ ਹੈ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ ਹੈ? ਅਰਦਾਸ ਕਰਨ ਵਾਸਤੇ ਪੂਰਨ ਪ੍ਰਾਪਤੀ ਵਾਲੇ ਸਿੰਘਾਂ ਦੀ ਲੋੜ ਜਾਂ ਰਹਿਤਵੰਨ ਸਿੰਘਾਂ ਦੀ ਵੀ ਸਤਿਗੁਰੂ ਜੀ ਸੁਣਦੇ ਹਨ, ਤੇ ਗੱਲ ਵਿੱਚ ਹਜ਼ੂਰੀਆ ਰੱਖਣਾ ਕਿਤਨਾ ਜ਼ਰੂਰੀ ਹੈ। ਕਈ ਵਾਰੀ ਉਹ ਗੁਰਸਿੱਖ ਜੋ ਮਾਇਆ ਕਰਕੇ ਧਨਾੜ ਹੁੰਦੇ ਹਨ, ਮਾਇਆ ਦੇ ਜੰਜਾਲ ਵਿੱਚ ਫਸਣ ਕਰਕੇ ਉਹਨਾਂ ਪਾਸੋਂ ਗੁਰਦੁਆਰਾ ਸਾਹਿਬ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਹੁੰਦਾ, ਪਰ ਮਨ ਕਰਕੇ ਉਹ ਸਤਿਗੁਰੂ ਜੀ ਨੂੰ ਛੱਡ ਵੀ ਨਹੀਂ ਸਕਦੇ। ਇਹਦੇ ਹੱਲ ਵਾਸਤੇ ਉਹ ਪ੍ਰੇਮੀ ਆਪਣੇ ਘਰ ਵਿੱਚ ਹੀ ਸਤਿਗੁਰੂ ਜੀ ਦਾ ਪ੍ਰਕਾਸ਼ ਕਰ ਲੈਂਦੇ ਹਨ ਅਤੇ ਸਵੇਰੇ ਸ਼ਾਮ ਗੁਰੂ ਦੇ ਚਰਨਾਂ ਨੂੰ ਪਰਸਣ ਦਾ ਆਹਾਰ ਬਣਾ ਲੈਂਦੇ ਹਨ। ਪਰ ਕਈ ਵਾਰੀ ਵੇਖਣ ਵਿੱਚ ਆਇਆ ਹੈ ਕਿ ਗੁਰਮੁਖ ਪਿਆਰਿਆਂ ਦੀ ਕੋਠੀ ਤਾਂ ਕਈ ਕਨਾਲਾਂ ਵਿੱਚ ਹੁੰਦੀ ਹੈ। ਉਸ ਵਿੱਚ ਬੜੇ ਬੜੇ ਸੁੰਦਰ ਕਮਰੇ ਮਹਿਮਾਨਾਂ ਦੇ ਬੈਠਣ ਅਤੇ ਲੰਗਰ ਛਕਣ ਲਈ ਰਾਖਵੇਂ ਰੱਖੇ ਹੁੰਦੇ ਹਨ, ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਕਮਰੇ ਵਿੱਚ ਕਰਨਗੇ ਜਿਹੜਾ ਘਰ ਵਿੱਚ ਸਭ ਤੋਂ ਛੋਟਾ ਹੋਵੇ ਜਾਂ ਕਿਸੇ ਸਮੇਂ ਘਰ ਦਾ ਫਾਲਤੂ ਸਮਾਨ ਰੱਖਣ ਲਈ ਬਣਾਇਆ ਗਿਆ ਹੋਵੇ, ਜਿਸ ਵਿੱਚ ਨਾ ਤਾਂ ਚੰਗੀ ਤਰ੍ਹਾਂ ਹਵਾ ਤੇ ਨਾ ਹੀ ਰੋਸ਼ਨੀ ਆਉਂਦੀ ਹੋਵੇ। ਜਾਂ ਇੰਜ ਕਹਿ ਲਈਏ ਕਿ ਜਿਹੜਾ ਕਮਰਾ ਕਿਸੇ ਹੋਰ ਵਰਤੋਂ ਵਿੱਚ ਨਹੀਂ ਆ ਸਕਦਾ, ਉਸ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਸਤੇ ਵਰਤ ਲੈਂਦੇ ਹਨ। ਕਈ ਵਾਰ ਤਾਂ ਮਕਾਨ ਦੇ ਉੱਪਰ ਚੜਾਈ ਗਈ ਪੌੜੀ ਦੇ ਹੇਠਾਂ ਖਾਲੀ ਜਗ੍ਹਾ ਦੇ ਨਾਲ ਥੋੜੀ ਜਿਹੀ ਹੋਰ ਥਾਂ ਰਲਾ ਕੇ ਉਸ ਦਾ ਕਮਰਾ ਬਣਾ ਕੇ ਸਤਿਗੁਰੂ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ। ਬਾਬਾ ਜੀ ਜਦੋਂ ਇਸ ਤਰ੍ਹਾਂ ਕਿਸੇ ਘਰ ਸਤਿਗੁਰੂ ਜੀ ਦਾ ਪ੍ਰਕਾਸ਼ ਵੇਖ ਲੈਣ ਤਾਂ ਉਸ ਨੂੰ ਬਹੁਤ ਤਾੜਨਾ ਕਰਦੇ ਕਿ ਭਲਿਆ ਲੋਕਾ, ਜਿਸ ਸਤਿਗੁਰੂ ਦੀ ਨੇ ਐਡਾ ਵੱਡਾ ਤੈਨੂੰ ਮਕਾਨ ਦਿੱਤਾ ਹੈ, ਜਿਸ ਦਾਤੇ ਦੀ ਕਿਰਪਾ ਦ੍ਰਿਸ਼ਟੀ ਨਾਲ ਤੂੰ ਕਾਰਾਂ ਤੇ ਚੜ੍ਹਿਆ ਫਿਰਦਾ ਹੈ ਅਤੇ ਜਿਸ ਸਤਿਗੁਰੂ ਨੇ ਤੈਨੂੰ ਐਨੀ ਮਾਇਆ ਬਖਸ਼ੀ ਹੈ, ਇੱਥੇ ਹੀ ਬਸ ਨਹੀਂ, ਹਰ ਰੋਜ਼ ਸਵੇਰੇ ਸ਼ਾਮੀ ਜਿਸ ਦਾਤੇ ਦੇ ਅੱਗੇ ਹੱਥ ਅੱਡ ਕੇ ਆਰਥਕ ਪ੍ਰਮਾਰਥਕ ਵਸਤੂਆਂ ਮੰਗਦਾ ਹੈ, ਕਿ ਉਸ ਨੂੰ ਬਿਠਾਉਣ ਲਈ ਜਾਂ ਬਿਰਾਜਮਾਨ ਕਰਨ ਵਾਸਤੇ
ਸਾਰੇ ਘਰ ਵਿੱਚੋਂ ਤੈਨੂੰ ਇਹੋ ਕੋਠੜੀ ਹੀ ਲੱਭੀ ਹੈ? ਜੇ ਕੋਈ ਛੋਟਾ-ਮੋਟਾ ਮਹਿਮਾਨ ਵੀ ਆ ਜਾਵੇ ਨਾ, ਤਾਂ ਉਸ ਨੂੰ ਬੜੇ ਵੱਡੇ-ਵੱਡੇ ਖੁੱਲ੍ਹੇ ਰੋਸ਼ਨੀ ਵਾਲੇ ਕਮਰਿਆਂ ਵਿੱਚ ਬਿਠਾ ਕੇ ਆਓ ਭਗਤ ਕਰਦਾ ਹੈ। ਪਰ ਜੋ ਦੀਨ ਦੁਨੀ ਦੇ ਸ਼ਹਿਨਸ਼ਾਹ, ਮੁਕਤ ਭੁਗਤ ਦੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹਨਾਂ ਦਾ ਸਤਿਕਾਰ ਇੱਕ ਦੁਨਿਆਵੀ ਮਨੁੱਖ ਜਿੰਨਾ ਵੀ ਤੁਸੀਂ ਲੋਕ ਨਹੀਂ ਕਰਦੇ। ਇਸ ਵਿੱਚ ਸਤਿਗੁਰੂ ਜੀ ਨੂੰ ਤਾਂ ਕਿਸੇ ਕਿਸਮ ਦਾ ਕੋਈ ਫਰਕ ਨਹੀਂ। ਇਸ ਵਿੱਚ ਕੇਵਲ ਸਾਡਾ ਆਪਣਾ ਹੀ ਨੁਕਸਾਨ ਹੈ। ਜੇਕਰ ਕਿਤੇ ਸਤਿਗੁਰੂ ਜੀ ਦਾ ਸੁਖ ਆਸਨ, ਅਲਮਾਰੀ ਜਾਂ ਮੰਜੀ ਸਾਹਿਬ ਜਿਸ ਉੱਪਰ ਸਤਿਗੁਰੂ ਜੀ ਦਾ ਪ੍ਰਕਾਸ਼ ਕਰੀਦਾ ਹੈ ਉੱਪਰ ਕੀਤਾ ਜਾਂਦਾ ਹੋਵੇ, ਤਾਂ ਬਾਬਾ ਜੀ ਇਸ ਕੁਰੀਤੀ ਨੂੰ ਦੂਰ ਕਰਨ ਲਈ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਪ੍ਰੇਰਨਾ ਕਰਦੇ ਅਤੇ ਜਿੰਨੀ ਮਾਇਆ ਕੋਲ ਹੁੰਦੀ ਉਸ ਪ੍ਰੇਮੀ ਨੂੰ ਦੇਣ ਲਈ ਜ਼ੋਰ ਲਾਉਂਦੇ ਕਿ ਜਲਦੀ ਤੋਂ ਜਲਦੀ ਗੁਰੂ ਪਾਤਸ਼ਾਹ ਜੀ ਦੇ ਸੁਖ ਆਸਣ ਲਈ ਪਲੰਘ ਤਿਆਰ ਕਰਵਾਵੇ। ਜਿਸ ਗੁਰਦੁਆਰੇ ਵਿੱਚ ਵੀ ਇਹ ਘਾਟ ਹੁੰਦੀ, ਉੱਥੋਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਗੁਰਦੇਵ ਜੀ ਨੂੰ ਰਾਤ ਸਮੇਂ ਪਲੰਘ ਉੱਪਰ ਬਿਰਾਜਮਾਨ ਕਰਨ ਲਈ ਪ੍ਰੇਰਨਾ ਦਿੰਦੇ ਅਤੇ ਜਥਾ ਸ਼ਕਤ ਮਾਇਆ ਦੇ ਕੇ ਇਸ ਸੇਵਾ ਨੂੰ ਆਰੰਭ ਕਰਵਾ ਦਿੰਦੇ। ਪਟਿਆਲੇ ਸ਼ਹਿਰ ਵਿੱਚ ਬਾਬਾ ਜੀ ਦੇ ਇੱਕ ਗੁਰਮੁਖ ਪ੍ਰੇਮੀ ਦੇ ਘਰ ਗਏ। ਉਸ ਘਰ ਵਿੱਚ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪਰ ਇੱਥੇ ਉੱਪਰ ਲਿਖੀ ਸਰਦਾਰਾਂ ਵਾਲੀ ਗੱਲ ਨਹੀਂ ਸੀ। ਸਤਿਗੁਰੂ ਜੀ ਨੂੰ ਆਪਣਾ ਸਾਖਿਆਤ ਇਸ਼ਟ ਜਾਣ ਕੇ ਸਾਰਾ ਪਰਿਵਾਰ ਸੇਵਾ ਕਰਦਾ ਸੀ। ਸਤਿਗੁਰੂ ਜੀ ਕੋਠੀ ਦੇ ਉੱਪਰ ਸੁੰਦਰ ਕਮਰੇ ਵਿੱਚ ਪ੍ਰਕਾਸ਼ ਸਨ। ਵਿਚਕਾਰ ਪਰਦਾ ਕਰਕੇ ਦੂਸਰੇ ਪਾਸੇ ਸਤਿਗੁਰੂ ਜੀ ਨੂੰ ਬਿਰਾਜਮਾਨ ਕਰਨ ਲਈ ਪਲੰਘ ਸੀ। ਬਾਬਾ ਜੀ ਮਹਾਰਾਜ ਜੀ ਦਾ ਅਦਬ ਸਤਿਕਾਰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਸਾਬਾਸ਼ ਅਤੇ ਗੁਰੂ ਮਿਹਰ ਭਰੀਆਂ ਅਸੀਸਾਂ ਦਿੱਤੀਆਂ। ਬਾਬਾ ਜੀ ਨੇ ਇਸ ਘਰ ਵਿੱਚ 2 ਦਿਨ ਹੋਰ ਠਹਿਰਨਾ ਸੀ। ਜਿਵੇਂ ਜਿਵੇਂ ਸਤਸੰਗੀਆਂ ਸਨੇਹੀਆਂ ਨੂੰ ਪਤਾ ਲੱਗਾ, ਉਹ ਬਾਬਾ ਜੀ ਦੀ ਸੰਗਤ ਕਰਨ ਆਉਣ ਲੱਗੇ। ਇਧਰ ਬਠਿੰਡੇ ਤੋਂ ਕੁਝ ਪ੍ਰੇਮੀ ਬਾਬਾ ਜੀ ਨੂੰ ਮਿਲਣੇ ਆਏ। ਜਦੋਂ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਹਨਾਂ ਨੂੰ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ ਤਾਂ ਪਟਿਆਲੇ ਕਿਸੇ ਪ੍ਰੇਮੀ ਦੇ ਘਰ ਗਏ ਹੋਏ ਹਨ। ਉਹ ਬਠਿੰਡੇ ਵਾਲੇ ਪ੍ਰੇਮੀ ਕਾਰ ਵਿੱਚ ਆਏ ਸਨ ਤੇ ਜਲ ਪਾਣੀ ਛਕ ਕੇ ਸ਼ਾਮ ਨੂੰ ਹੀ ਪਟਿਆਲੇ ਪੁੱਛਦੇ ਪਛਾਉਂਦੇ ਬਾਬਾ ਜੀ ਪਾਸ ਪੁੱਜ ਗਏ। ਰਾਤ ਬਾਬਾ ਜੀ ਪਾਸ ਉਸੇ ਘਰ ਹੀ ਠਹਿਰੇ। ਉਹਨਾਂ ਦੱਸਿਆ ਕਿ ਸਾਡੀ ਲੜਕੀ ਕਾਫੀ ਚਿਰ ਤੋਂ ਬਿਮਾਰ ਹੈ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ, ਸੋ ਆਪ ਜੀ ਹੀ ਕਿਰਪਾ ਕਰੋ ਉਹ ਰਾਜੀ ਹੋ ਜਾਵੇ। ਬਾਬਾ ਜੀ ਉਹਨਾਂ ਨੂੰ ਕਾਫੀ ਗੁੱਸੇ ਹੋਏ ਤੇ ਆਖਿਆ ਕਿ ਮੈਂ ਲੋਕਾਂ ਦੇ ਮੁੰਡੇ ਕੁੜੀਆਂ ਰਾਜੀ ਨਹੀਂ ਕਰਦਾ ਫਿਰਦਾ। ਕੋਈ ਪਰਮੇਸ਼ਰ ਦੇ ਘਰ ਦੀ ਗੱਲ ਪੁੱਛਣੀ ਹੈ ਤਾਂ ਦੱਸੋ, ਨਾ ਹੀ ਮੈਂ ਕਿਸੇ ਨੂੰ ਵਰ ਸਰਾਪ ਦਿੰਦਾ ਹਾਂ। ਉਹ ਵੀ ਪੜ੍ਹੇ ਲਿਖੇ ਹੰਢੇ ਹੋਏ ਅਫਸਰ ਸਨ। ਜਿਸ ਘਰ ਵਿੱਚ ਉਹ ਠਹਿਰੇ ਹੋਏ ਸਨ, ਉਹਨਾਂ ਨੂੰ ਆਪਣੀ ਵਿਥਿਆ ਦੱਸ ਕੇ ਵਾਕਫੀ ਬਣਾ ਲਈ ਤੇ ਬਾਬਾ ਜੀ ਨੂੰ ਬੇਨਤੀ ਕਰਨ ਲਈ ਉਸ ਪਰਿਵਾਰ ਨੂੰ ਮਨਾ ਲਿਆ। ਦਿਨ ਦੇ ਚੜ੍ਹਾਅ ਨਾਲ 5-10 ਹੋਰ ਪ੍ਰੇਮੀ ਸੰਗਤ ਦਾ ਲਾਹਾ ਲੈ ਰਹੇ ਸਨ। ਤਦ ਘਰ ਵਾਲੇ ਪ੍ਰੇਮੀਆਂ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਉਹ ਬਠਿੰਡੇ ਵਾਲੇ ਪ੍ਰੇਮੀਆਂ ਦੀ ਲੜਕੀ ਦੀ ਦੇਹ ਅਰੋਗਤਾ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਮਨਾ ਲਿਆ। ਬਾਬਾ ਜੀ ਨੇ ਆਖਿਆ ਕਿ ਸਤਿਗੁਰੂ ਜੀ ਦਾ ਹੁਕਮ ਲਵਾਂਗੇ, ਜੇ ਮਹਾਰਾਜ ਨੇ ਆਗਿਆ ਦੇ ਦਿੱਤੀ ਤਾਂ 5 ਸਿੰਘਾਂ ਪਾਸੋਂ ਅਰਦਾਸ ਕਰਾ ਦੇਵਾਂਗੇ। ਇਹ ਫੈਸਲਾ ਕਰਕੇ ਸਾਰੀ ਸੰਗਤ ਸਮੇਤ ਬਾਬਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜ ਗਏ। ਦਰਸ਼ਨਾਂ ਦਾ ਹੁਕਮਨਾਮਾ ਲੈ ਕੇ ਦੂਸਰਾ ਹੁਕਮਨਾਮਾ ਉਸ ਲੜਕੀ ਦੀ ਸਿਹਤਯਾਬੀ ਦੀ ਅਰਦਾਸ ਵਾਸਤੇ ਲਿਆ। ਗੁਰੂ ਪਾਤਸ਼ਾਹ ਜੀ ਨੇ ਆਗਿਆ ਬਖਸ਼ਿਸ਼ ਕਰ ਦਿੱਤੀ। ਹੁਣ ਸੰਗਤ ਵਿੱਚ ਵਿਚਾਰ ਚੱਲੀ ਕਿ ਅਰਦਾਸ ਕਰਨ ਵਾਸਤੇ ਪੂਰਨ ਗੁਰਸਿੱਖਾਂ ਦੀ ਲੋੜ ਹੈ। ਉਹਨਾਂ ਦੀ ਕੀਤੀ ਬੇਨਤੀ ਹੀ ਸਤਿਗੁਰੂ ਜੀ ਮਨਜ਼ੂਰ ਕਰਨਗੇ। ਕਾਫੀ ਸਮਾਂ ਇਹ ਵਿਚਾਰ ਚੱਲਦੀ ਰਹੀ। ਅਖੀਰ ਬਾਬਾ ਜੀ ਨੇ ਫੈਸਲਾ ਕੀਤਾ ਕਿ ਸਾਰੀ ਸੰਗਤ 10-15 ਮਿੰਟਾਂ ਵਾਸਤੇ ਸਿਮਰਨ ਕਰੋ। ਉਪਰੰਤ ਸਤਿਗੁਰੂ ਜੀ ਪਾਸੋਂ ਹੀ ਇਹ ਨਿਰਣਾ ਕਰਵਾ ਲੈਂਦੇ ਹਾਂ ਕਿ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਪੂਰਨ ਪੁੱਜੇ ਹੋਏ ਗੁਰਸਿੱਖਾਂ ਦੀ ਹੀ ਲੋੜ ਹੈ ਜਾਂ ਕਿ ਹਰ ਗੁਰਸਿੱਖ ਦੀ ਬੇਨਤੀ ਸਤਿਗੁਰੂ ਜੀ ਪ੍ਰਵਾਨ ਕਰ ਲੈਂਦੇ ਹਨ। ਬਾਬਾ ਜੀ ਨੇ ਸਿਮਰਨ ਤੋਂ ਬਾਅਦ ਸਰਬ ਸੰਗਤ ਸਮੇਤ ਖਲੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਉੱਪਰ ਲਿਖੇ ਲਫ਼ਜ਼ ਸਤਿਗੁਰਾਂ ਦੇ ਸਨਮੁਖ ਦੁਹਰਾਏ ਕਿ ਹੇ ਦਾਤਾਰ ਜੀ, ਆਪ ਜੀ ਸਾਡੀ ਸ਼ੰਕਾ ਨਿਵਰਤ ਕਰੋ। ਅਰਦਾਸ ਕਰਨ ਉਪਰੰਤ ਮੱਥਾ ਟੇਕ ਕੇ ਫਤਿਹ ਬੁਲਾਈ ਅਤੇ ਸਾਰੀ ਸੰਗਤ ਸਮੇਤ ਆਪ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ। ਸਾਰੀ ਸੰਗਤ ਬਹੁਤ ਖਿੱਚ ਵਿੱਚ ਸ਼ਾਂਤ ਚਿਤ ਬੈਠੀ ਸੀ ਕਿ ਸ਼ਾਇਦ ਸਾਨੂੰ ਵੀ ਸਤਿਗੁਰਾਂ ਦੇ ਦਰਸ਼ਨ ਜਾਂ ਬਚਨ ਪ੍ਰਾਪਤ ਹੋ ਜਾਣ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿੱਥੇ ਸਿੰਘ ਸਤਿਗੁਰਾਂ ਨੂੰ ਚੌਰ ਸਾਹਿਬ ਕਰਦਾ ਸੀ, ਉਹ ਥਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਬਾਬਾ ਜੀ ਨੂੰ ਹੋਏ। ਸਾਰਾ ਕਮਰਾ ਪ੍ਰਕਾਸ਼ ਨਾਲ ਨੂਰੋ ਨੂਰ ਸੀ। ਤਿੰਨੀ ਪਾਸੀਂ ਕੰਧਾਂ ਦੇ ਨਾਲ ਕਈ ਵਡੇਰੀ ਉਮਰ ਦੇ ਸਿੰਘ, ਕਈ ਛੋਟੀ ਉਮਰ ਦੇ ਸਿੰਘ, ਕਈਆਂ ਦੇ ਚਿਹਰਿਆਂ ਤੇ ਕਾਫੀ ਜਲਾਲ ਸੀ। ਪਰ ਹਰ ਗੁਰਸਿੱਖ ਦੇ ਨਾਲ ਇੱਕ ਸਰੂਪ ਕਲਗੀਧਰ ਜੀ ਦਾ ਸੀ। ਮਾਨੋ ਇਵੇਂ ਕਿ ਇੱਕ ਸਿੰਘ, ਇੱਕ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਫਿਰ ਇੱਕ ਸਿੰਘ, ਫਿਰ ਇੱਕ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਸੀ, ਸੋ ਉੱਥੇ ਜੋ ਤਾਬਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਸੀ,
ਉਹਨਾਂ ਨੇ ਬਚਨ ਕੀਤਾ ਕਿ ਭਾਈ ਹਰਨਾਮ ਸਿੰਘ, ਆ ਜਿੰਨੇ ਵੀ ਗੁਰਸਿੱਖ ਹਨ, ਕੀ ਇਹ ਪਰਮ ਪਦ ਨੂੰ ਪ੍ਰਾਪਤ ਹੋ ਚੁੱਕੇ ਨੇ? ਬਾਬਾ ਜੀ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ, ਇਹ ਤਾਂ ਆਪ ਜੀ ਹੀ ਜਾਣਦੇ ਹੋ। ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਇਹਨਾਂ ਸਾਰਿਆਂ ਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ, ਪਰ ਇਹ ਸਾਰੇ ਰਹਿਤਵਾਨ ਸਿੰਘ ਹਨ ਅਤੇ ਗੁਰਸਿੱਖੀ ਦੇ ਅਸੂਲਾਂ ਦੇ ਪੂਰਨ ਧਾਰਨੀ ਹਨ। ਜੋ ਵੀ ਗੁਰਸਿੱਖ ਰਹਿਤ ਰੱਖਦਾ ਹੈ, ਚੌਂਕ ਰਹਿਤਾਂ ਤੋਂ ਬਚਿਆ ਹੈ, ਸੱਤਾਂ ਬਾਣੀਆਂ ਦਾ ਨਿਤਨੇਮੀ ਹੈ, ਜਿਵੇਂ ਤੁਸੀਂ ਹੁਣ ਵੇਖ ਰਹੇ ਹੋ ਨਾ, ਮੈਂ ਹਰ ਸਮੇਂ ਉਹਨਾਂ ਦੇ ਨਾਲ ਹਾਂ, ਅਰਦਾਸ ਵੀ ਹਰ ਇੱਕ ਦੀ ਸੁਣਦਾ ਹਾਂ, ਪਰ ਉਹ ਹੀ ਵਸਤੂ ਉਹਨਾਂ ਨੂੰ ਦਿੰਦਾ ਹਾਂ ਜਿਸ ਵਿੱਚ ਉਹਨਾਂ ਦਾ ਭਲਾ ਹੋਵੇ। ਬਾਕੀ ਸਾਡੇ ਵਾਸਤੇ ਪੂਰਨ ਪਦ ਵਾਲੇ ਗੁਰਸਿੱਖਾਂ ਵਿੱਚ ਅਤੇ ਰਹਿਤਵਾਨ ਗੁਰਸਿੱਖਾਂ ਵਿੱਚ ਕੋਈ ਭੇਦ ਨਹੀਂ। ਦੂਸਰੇ ਜੋ ਪ੍ਰੇਮੀ ਲੜਕੀ ਦੀ ਦੇਹ ਰੋਗਤਾ ਲਈ ਅਰਦਾਸ ਕਰਵਾਉਣ ਆਏ ਹਨ, ਉਹਨਾਂ ਨੂੰ ਸਾਡੀ ਵੱਲੋਂ ਆਖ ਦਿਓ ਕਿ ਕਿਸੇ ਰਹਿਤਵਾਨ ਨਿਤਨੇਮੀ ਸਿੰਘ ਪਾਸੋਂ ਸਾਡੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣ। ਪਾਠੀ ਸਿੰਘ ਉੱਚੀ ਬੋਲ ਕੇ ਪਾਠ ਕਰੇ। ਜਿੰਨਾ ਚਿਰ ਪਾਠ ਕਰਨਾ ਹੋਵੇ, ਲੜਕੀ ਬੈਠ ਕੇ ਜਾਂ ਲੇਟ ਕੇ ਪਾਠ ਸੁਣੇ। ਪਾਠੀ ਸਿੰਘ ਦੀ ਭੇਟਾ 500 ਰੁਪਇਆ ਰੱਖਣ। ਉਹਨਾਂ ਨੂੰ ਇੱਕ ਹੋਰ ਖਾਸ ਹਦਾਇਤ ਇਹ ਕਰਨੀ ਕਿ ਉਹ ਉਂਝ ਤਾਂ ਸਦਾ ਲਈ ਮਾਸ ਸ਼ਰਾਬ ਦਾ ਤਿਆਗ ਕਰ ਦੇਣ, ਪਰ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਜਿੰਨਾ ਚਿਰ ਸਾਡਾ ਸਰੂਪ ਉਹਨਾਂ ਦੇ ਘਰ ਵਿੱਚ ਰਹੇ, ਉਨੇ ਦਿਨ ਨਾ ਤਾਂ ਕੋਈ ਮਾਸ ਸ਼ਰਾਬ ਵਰਤੇ ਤੇ ਨਾ ਹੀ ਕੋਈ ਬਾਹਰੋਂ ਵਰਤ ਕੇ ਘਰ ਆਵੇ। ਸਾਡੇ ਸਰੂਪ ਦਾ ਸੁਖ ਆਸਨ ਰਾਤ ਨੂੰ ਪਲੰਘ ਤੇ ਕਰਵਾਇਆ ਜਾਵੇ। ਜੇ ਇਸ ਵਿਧੀ ਤੇ ਸ਼ਰਧਾ ਭਾਵਨੀ ਨਾਲ ਉਹ ਪਾਠ ਕਰਾਉਣਗੇ ਤਾਂ ਲੜਕੀ ਰਾਜੀ ਹੋ ਜਾਵੇਗੀ। ਜੇ ਕਿਸੇ ਕਿਸਮ ਦੀ ਅਣਗਹਿਲੀ ਵਰਤੀ ਤਾਂ ਇਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਨਾਲ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਬਾਬਾ ਜੀ ਨੂੰ ਹੁਕਮ ਕੀਤਾ ਕਿ ਸਾਰੀ ਸੰਗਤ ਨੂੰ ਸਾਡੇ ਵੱਲੋਂ ਦੱਸ ਦੇਵੋ ਕਿ ਜਦੋਂ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵ ਸਾਡੇ ਸਰੂਪ ਦੇ ਦਰਸ਼ਨ ਕਰਨ ਆਉਣਾ ਹੋਵੇ, ਤਦ ਗਲ ਵਿੱਚ ਹਜੂਰੀਆ ਪਾ ਕੇ ਆਉਣਾ ਚਾਹੀਦਾ ਹੈ। ਪੁਰਾਤਨ ਗੁਰਸਿੱਖ ਹਰ ਵੇਲੇ ਗਲ ਵਿੱਚ ਹਜੂਰੀਆ ਰੱਖਦੇ ਸਨ। ਹਜੂਰੀਆ ਪਾ ਕੇ ਜੋ ਅਰਦਾਸ ਕਰਦਾ ਹੈ ਨਾ, ਅਸੀਂ ਬੜੇ ਧਿਆਨ ਨਾਲ ਉਸ ਦੀ ਕੀਤੀ ਬੇਨਤੀ ਸਰਵਣ ਕਰਦੇ ਹਾਂ। ਹਜੂਰੀਆ ਨਿਮਰਤਾ ਤੇ ਆਜਜ਼ੀ ਦੀ ਨਿਸ਼ਾਨੀ ਹੈ। ਹਰ ਗੁਰਸਿੱਖ ਜੇ ਸਾਰਾ ਦਿਨ ਗਲ ਵਿੱਚ ਹਜੂਰੀਆ ਨਹੀਂ ਰੱਖ ਸਕਦਾ ਤਾਂ ਘੱਟੋ ਘੱਟ ਜਦੋਂ ਸਾਡੇ ਸਰੂਪ ਦੀ ਹਜੂਰੀ ਵਿੱਚ ਹਾਜ਼ਰ ਹੋਣਾ ਹੋਵੇ, ਉਸ ਵੇਲੇ ਗਲ ਵਿੱਚ ਹਜੂਰੀਆ ਪਾ ਕੇ ਸਾਡੇ ਸਨਮੁਖ ਆਵੇ, ਤਦ ਸਾਡੀ ਅਧਿਕ ਖੁਸ਼ੀ ਹੁੰਦੀ ਹੈ। ਬਾਬਾ ਜੀ ਨੇ ਬਠਿੰਡੇ ਵਾਲੇ ਪ੍ਰੇਮੀਆਂ ਨੂੰ, ਜਿਨ੍ਹਾਂ ਦੀ ਲੜਕੀ ਬਿਮਾਰ ਸੀ ਤੇ ਉਸ ਦੇ ਲਈ ਬਾਬਾ ਜੀ ਪਾਸ ਆਏ ਸਨ, ਉਹਨਾਂ ਨੂੰ ਸਤਿਗੁਰੂ ਜੀ ਦਾ ਹੁਕਮ ਦੱਸ ਦਿੱਤਾ ਤੇ ਬਾਕੀ ਸਾਰੀ ਸੰਗਤ ਪ੍ਰਤੀ ਹਜੂਰੀਆ ਧਾਰਨ ਕਰਨ ਦਾ ਜੋ ਆਦੇਸ਼ ਸੀ ਉਹ ਵੀ ਸੰਗਤ ਨੂੰ ਸਾਰੇ ਮਹਾਤਮ ਸਹਿਤ ਦੱਸ ਦਿੱਤਾ ਅਤੇ ਅਰਦਾਸ ਕਰਨ ਲਈ ਜੋ ਪੂਰਨ ਪੁੱਜੇ ਹੋਏ ਗੁਰਸਿੱਖਾਂ ਤੇ ਰਹਿਤਵਾਨ ਗੁਰਸਿੱਖਾਂ ਪ੍ਰਤੀ ਪ੍ਰੇਮੀਆਂ ਦਾ ਸ਼ੰਕਾ ਸੀ, ਉਹ ਵੀ ਸਤਿਗੁਰੂ ਜੀ ਦੇ ਇਸ ਬਚਨ ਨਾਲ ਦੂਰ ਹੋ ਗਿਆ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਸੰਬੰਧੀ ਹਦਾਇਤਾਂ। ਬਾਬਾ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਣ ਕੇ ਸੇਵਾ ਕਰਿਆ ਕਰਦੇ ਸਨ ਤੇ ਹਜੂਰੀ ਵਿੱਚ ਵਿਚਰਦੇ ਸਨ। ਸਰਬ ਸੰਗਤਾਂ ਜੋ ਵੀ ਬਾਬਾ ਜੀ ਦੇ ਸੰਪਰਕ ਵਿੱਚ ਆਉਂਦੀਆਂ, ਉਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਦਸਾਂ ਪਾਤਸ਼ਾਹੀਆਂ ਦਾ ਸਾਖਿਆਤ ਸਰੂਪ ਜਾਣ ਕੇ ਕਰਨ ਲਈ ਪ੍ਰੇਰਨਾ ਦਿੰਦੇ। ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਕਰਨਾ ਹੁੰਦਾ, ਉੱਥੇ ਸੁੰਦਰ ਵਿਛਾਈ ਕਰ ਉੱਪਰ ਚੰਦੋਆ ਲਗਵਾਉਣਾ। ਚੰਦੋਏ ਹੇਠ ਗੁਰਦੇਵ ਪਾਤਸ਼ਾਹ ਜੀ ਲਈ ਤਖਤ ਬਣਾਉਣ ਵਾਸਤੇ ਪਿੰਡ ਵਿੱਚੋਂ ਜਾਂ ਗੁਰਦੁਆਰਾ ਸਾਹਿਬ ਤੋਂ ਤਖਤਪੋਸ਼ ਮੰਗਵਾਉਂਦੇ। ਤਖਤਪੋਸ਼ ਚੰਗੀ ਤਰ੍ਹਾਂ ਧੋ ਕੇ ਸੁੱਕਾ ਕਰਵਾ ਕੇ ਉਸ ਉੱਪਰ ਸੁੰਦਰ ਆਸਣ ਵਿਛਾਉਂਦੇ। ਉਸ ਤਖਤ ਉੱਪਰ ਮੰਜੀ ਸਾਹਿਬ ਰਖਵਾ ਕੇ ਮੰਜੀ ਸਾਹਿਬ ਉੱਪਰ ਛੋਟੀ ਤਲਾਈ ਸੁਸ਼ੋਭਿਤ ਕਰਦੇ। ਉੱਪਰ ਰਮਾਲਾ ਵਿਛਾ ਕੇ ਗਧੇਲੇ ਲਾ ਕੇ ਉੱਪਰ ਫਿਰ ਸੁੰਦਰ ਪੋਸ਼ਾਕਾਂ ਸਜਾ ਕੇ ਪ੍ਰਕਾਸ਼ ਕਰਾਉਂਦੇ ਜਾਂ ਆਪ ਕਰਦੇ। ਪ੍ਰਕਾਸ਼ ਕਰਨ ਸਮੇਂ ਸਤਿਗੁਰੂ ਜੀ ਦੇ ਸਰੂਪ ਦੀ ਜਿਲਦ ਦਾ ਵਧਿਆ ਗੱਤਾ ਜੋ ਸੁਖ ਆਸਨ ਕਰਨ ਵੇਲੇ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਦੀ ਲੰਘਾਈ ਦਾ ਹੈ, ਉਸ ਨੂੰ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਪ੍ਰੇਮੀ ਪ੍ਰਕਾਸ਼ ਕਰਨ ਸਮੇਂ ਮੋੜ ਕੇ ਸਤਿਗੁਰਾਂ ਦੇ ਸਰੂਪ ਹੇਠ ਦੁਹਰਾ ਕਰਕੇ ਦੇ ਦਿੰਦੇ ਹਨ। ਉਸ ਗੱਤੇ ਨੂੰ ਹਮੇਸ਼ਾ ਬਾਹਰ ਰੱਖਣਾ ਚਾਹੀਦਾ ਹੈ, ਕਦੀ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠਾਂ ਨਹੀਂ ਦੇਣਾ। ਸਤਿਗੁਰਾਂ ਦਾ ਪ੍ਰਕਾਸ਼ ਇਸ ਪ੍ਰਕਾਰ ਕਰਵਾ ਕੇ ਦੋਹਰੀਆਂ ਪਲਕਾਂ ਲਗਾਉਂਦੇ, ਫਿਰ ਉੱਪਰ ਸੁੰਦਰ ਰੁਮਾਲੇ ਸਜਾਉਂਦੇ। ਇੱਕ ਦਿਨ ਇੱਕ ਪ੍ਰੇਮੀ ਨੇ ਪੁੱਛਿਆ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਕਰਨ ਲਈ ਤਖਤਪੋਸ਼ ਕਿਉਂ ਜ਼ਰੂਰੀ ਹੈ? ਬਾਬਾ ਜੀ ਨੇ ਉੱਤਰ ਦਿੱਤਾ ਕਿ ਆਪ ਸਾਰੇ ਸਤਿਗੁਰੂ ਜੀ ਦੇ ਹਜ਼ੂਰ ਜਦ ਅਰਦਾਸ ਕਰਦੇ ਹੋ, ਤਦ ਆਪ ਹੀ ਆਪਣੇ ਮੂੰਹੋਂ ਆਖਦੇ ਹੋ ਕਿ ਧੰਨ ਤਖਤ ਚੌਰ ਦੇ ਮਾਲਕ ਸਤਿਗੁਰੂ ਜੀਓ। ਚੌਰ ਤਾਂ ਅਸੀਂ ਕਰ ਰਹੇ ਹੁੰਦੇ ਹਾਂ, ਪਰ ਕਈ ਵਾਰ ਤਖਤ ਬਣਾਏ ਤੋਂ ਬਗੈਰ ਹੀ ਜ਼ਮੀਨ ਉੱਪਰ ਮੰਜੀ ਸਾਹਿਬ ਰੱਖ ਕੇ ਪ੍ਰਕਾਸ਼ ਕਰ ਦਿੰਦੇ ਹਾਂ। ਭਾਵੇਂ ਅਸੀਂ ਸਤਿਗੁਰੂ ਜੀ ਦੇ ਲਾਇਕ ਦਾ ਤਖਤ ਨਹੀਂ ਬਣਾ ਸਕਦੇ, ਪਰ ਫਿਰ ਵੀ ਜਿੰਨੀ ਕੁ ਸਾਡੇ ਵਿੱਚ ਸਮਰੱਥਾ ਹੈ ਉਸ ਅਨੁਸਾਰ ਉੱਚਾ ਸਿੰਘਾਸਨ ਬਣਾ ਕੇ ਉਸ ਉੱਪਰ ਸੰਗਤਾਂ ਸਤਿਗੁਰਾਂ ਨੂੰ ਪ੍ਰਕਾਸ਼ਮਾਨ ਕਰਨਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਜਦੋਂ ਅਜੇ ਵੱਡੀ ਸ਼ਾਨ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਤਦ ਇੱਕ ਦਿਨ ਬਾਬਾ ਜੀ ਨੂੰ ਕਿਸੇ ਜ਼ਰੂਰੀ ਕਾਰਜ ਲਈ ਬਾਹਰ ਜਾਣਾ ਪਿਆ। ਆਪ ਜੀ ਜਾਣ ਲੱਗੇ ਇੱਕ ਪ੍ਰੇਮੀ ਦੀ ਡਿਊਟੀ ਲਗਾ ਗਿਆ ਕਿ ਭਾਈ ਤੁਸੀਂ ਸ਼ਾਮ ਨੂੰ 100 ਦਾ ਰਹਿਰਾਸ ਦਾ ਪਾਠ ਕਰਕੇ ਮਹਾਰਾਜ ਜੀ ਦਾ ਸੁਖ ਆਸਨ ਕਰ ਦੇਣਾ।
ਪ੍ਰੇਮੀ ਨੂੰ ਇਹ ਸੇਵਾ ਸੌਂਪਣਾ ਕਰਕੇ ਆਪ ਜੀ ਚਲੇ ਗਏ। ਦੂਸਰੇ ਦਿਨ ਜਦ ਬਾਬਾ ਜੀ ਵਾਪਸ ਆਏ ਤਾਂ 5 ਇਸ਼ਨਾਨਾਂ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਲਈ ਗਏ। ਨਮਸਕਾਰ ਕਰਨ ਉਪਰੰਤ ਸਤਿਗੁਰੂ ਜੀ ਦਾ ਮੁਖ ਵਾਕ ਲਿਆ। ਸਤਿਗੁਰੂ ਜੀ ਉੱਪਰ ਰੁਮਾਲਾ ਦੇ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਸਿਮਰਨ ਕਰਨ ਲੱਗ ਪਏ। ਬਾਬਾ ਜੀ ਦੱਸਦੇ ਸਨ ਕਿ ਸਿਮਰਨ ਕਰਦਿਆਂ ਕਰਦਿਆਂ 5ਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਹੋਏ ਤੇ ਸਾਨੂੰ ਇੰਜ ਮਹਿਸੂਸ ਹੋਇਆ ਕਿ ਗੁਰਦੇਵ ਜੀ ਦੇ ਨੇਤਰ ਇਸ ਪ੍ਰਕਾਰ ਲਾਲ ਹਨ ਜਿਵੇਂ ਅੱਖਾਂ ਵਿੱਚ ਕੁਝ ਚੁਭਿਆ ਹੋਵੇ। ਮਨ ਵਿੱਚ ਬੜੀ ਹੈਰਾਨੀ ਹੋਈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਸ ਪ੍ਰਥਾਏ ਬੇਨਤੀ ਕੀਤੀ ਕਿ ਦਾਤਾ ਜੀ, ਕੀ ਕਾਰਨ ਹੈ ਜੋ ਆਪ ਜੀ ਦੇ ਨੇਤਰ ਇਸ ਪ੍ਰਕਾਰ ਲਾਲ ਹਨ? ਸਤਿਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਹਰਨਾਮ ਸਿੰਘ, ਸਾਡੇ ਸਰੂਪ ਦੀ ਸੇਵਾ ਤੁਸੀਂ ਆਪ ਕਰਿਆ ਕਰੋ। ਕੱਲ ਤੁਸੀਂ ਜਿਸ ਪ੍ਰੇਮੀ ਨੂੰ ਸਾਡੇ ਸਰੂਪ ਦੀ ਸੇਵਾ ਕਰਨ ਲਈ ਕਹਿ ਗਏ, ਉਸ ਨੇ ਕਾਹਲੀ ਕਾਹਲੀ ਰੁਮਾਲੇ ਲਪੇਟਣ ਦਾ ਹੀ ਕੀਤੀ, ਪ੍ਰੇਮ ਨਾਲ ਸੇਵਾ ਨਹੀਂ ਕੀਤੀ। ਉਹ ਜੋ ਰੁਮਾਲਿਆਂ ਵਿੱਚ ਵੱਟ ਭਾਵ ਸਲੀਆਂ ਰਹਿ ਗਈਆਂ ਸਨ, ਉਹ ਸਾਰੀ ਰਾਤ ਸਾਡੇ ਨੇਤਰਾਂ ਵਿੱਚ ਚੁਭਦੀਆਂ ਰਹੀਆਂ, ਜਿਸ ਕਾਰਨ ਸਾਡੇ ਨੇਤਰ ਇਸ ਪ੍ਰਕਾਰ ਲਾਲ ਹੋ ਗਏ ਹਨ। ਅੱਗੇ ਤੋਂ ਜੇ ਕਿਸੇ ਪ੍ਰੇਮੀ ਨੂੰ ਸੇਵਾ ਲਈ ਕਹਿਣਾ ਹੋਵੇ ਤਾਂ ਉਸ ਨੂੰ ਪ੍ਰੇਮ ਨਾਲ ਸੇਵਾ ਕਰਨ ਦੀ ਹਦਾਇਤ ਜ਼ਰੂਰ ਕਰਨੀ। ਉਸ ਦਿਨ ਤੋਂ ਹੀ ਬਾਬਾ ਜੀ ਆਪਣੇ ਹੱਥੀਂ ਦੋਨੋਂ ਟਾਈਮ ਸਤਿਗੁਰੂ ਜੀ ਦੀ ਸੇਵਾ ਕਰਦੇ ਅਤੇ ਬਿਰਧ ਅਵਸਥਾ ਵਿੱਚ ਕੋਲ ਖਲੋ ਕੇ ਰੁਮਾਲਿਆਂ ਵਿੱਚੋਂ ਵੱਟ ਸਲੀਆਂ ਆਦਿ ਆਪ ਕੱਢਦੇ ਤੇ ਪ੍ਰੇਮ ਨਾਲ ਸੇਵਾ ਕਰਨ ਲਈ ਪ੍ਰੇਰਨਾ ਕਰਦੇ। ਰਾਤ ਨੂੰ ਸਤਿਗੁਰੂ ਜੀ ਨੂੰ ਸੁਖ ਆਸਨ ਕਰਕੇ ਪਲੰਘ ਤੇ ਬਿਰਾਜਮਾਨ ਕਰਵਾਉਂਦੇ। ਗਰਮੀ ਸਰਦੀ ਅਨੁਸਾਰ ਠੰਡੇ ਤੇ ਗਰਮ ਵਸਤਰ ਸਜਾਉਂਦੇ। ਜਦੋਂ ਭਰ ਸਰਦੀ ਹੁੰਦੀ ਤਾਂ ਸਤਿਗੁਰਾਂ ਦੇ ਸਰੂਪ ਤੇ ਰਾਤ ਨੂੰ ਰਜਾਈ ਦਿੰਦੇ। ਗਰਮੀਆਂ ਨੂੰ ਦਿਨ ਰਾਤ ਕੂਲਰ ਜਾਂ ਪੱਖਾ ਆਦਿਕ ਚੱਲਦਾ ਰੱਖਦੇ। ਸਤਿਗੁਰੂ ਜੀ ਦੇ ਆਸ-ਪਾਸ ਦਾ ਵਾਤਾਵਰਣ ਵੀ ਸੁਗੰਧਿਤ ਰੱਖਦੇ। ਜਦੋਂ ਵੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਜਾਣਾ ਹੋਵੇ, ਪੈਰ ਧੋ ਕੇ 5 ਇਸ਼ਨਾਨਾਂ ਕਰਕੇ ਗਲ ਵਿੱਚ ਹਜ਼ੂਰੀਆ ਪਾ ਕੇ ਦੋਹਰੀ ਦਸਤਾਰ ਸਜਾ ਕੇ ਜਾਂਦੇ। ਸੰਗਤ ਨੂੰ ਵੀ ਸਤਿਗੁਰੂ ਜੀ ਦੇ ਹਜ਼ੂਰ ਵਿੱਚ ਇਸੇ ਮਰਜ਼ਾਦਾ ਅਨੁਸਾਰ ਵਿਚਰਨ ਲਈ ਬਾਬਾ ਜੀ ਆਮ ਪ੍ਰੇਰਨਾ ਦਿਆ ਕਰਦੇ ਸਨ। ਅੱਜ ਕੱਲ੍ਹ ਗ੍ਰੰਥੀ ਸਿੰਘ ਤੇ ਪਾਠੀ ਸਿੰਘਾਂ ਵਿੱਚ ਗੁਰੂ ਸੇਵਾ ਤੇ ਭੈ ਭਾਵਨੀ ਵੱਲੋਂ ਕਾਫੀ ਢਿੱਲ ਆ ਗਈ ਹੈ। ਇਸ ਢਿੱਲ ਨੂੰ ਦੂਰ ਕਰਨ ਲਈ ਸਾਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਪਾਠ ਕਰਦੇ ਸਮੇਂ ਸਾਰੀ ਸਰੀਰਕ ਕਿਰਿਆ ਹਜ਼ੂਰੀਏ ਨਾਲ ਕਰਨੀ ਚਾਹੀਏ। ਦੂਸਰੇ ਕਈ ਪ੍ਰੇਮੀਆਂ ਦਾ ਸੁਭਾਅ ਬਣ ਗਿਆ ਹੁੰਦਾ ਹੈ ਕਿ ਜਦੋਂ ਉਹ ਪਾਠ ਕਰਦੇ ਹਨ ਤਾਂ ਬਾਹਾਂ ਦੀਆਂ ਕੂਹਣੀਆਂ ਨੂੰ ਮੰਜੀ ਸਾਹਿਬ ਦੇ ਉੱਪਰ ਆਸਰੇ ਲਈ ਰੱਖ ਲੈਂਦੇ ਹਨ। ਇਸ ਬੇਅਦਬੀ ਭਰੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਵੀ ਬੜੇ ਅਦਬ ਤੇ ਧੀਰਜ ਨਾਲ ਪਰਤਣੇ ਚਾਹੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਨੂੰ ਸਾਰੇ ਸੇਵਾਦਾਰਾਂ ਨੂੰ ਪ੍ਰੇਮ ਸਹਿਤ ਭੈ ਭਾਵਨੀ ਨਾਲ ਸੇਵਾ ਸਤਿਕਾਰ ਕਰਨ ਦਾ ਸਤਿਗੁਰੂ ਜੀ ਆਪ ਹੀ ਬਲ ਬੁੱਧੀ ਪ੍ਰਦਾਨ ਕਰਨ, ਤਾਂ ਜੋ ਅਸੀਂ ਲਾਹੇਵੰਦੀ ਸੇਵਾ ਕਰਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰ ਸਕੀਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਕਿਵੇਂ ਲੈਣਾ ਹੈ? ਬਹੁਤੀ ਵਾਰੀ ਵੇਖਣ ਵਿੱਚ ਆਇਆ ਹੈ ਕਿ ਗ੍ਰੰਥੀ ਸਿੰਘ ਘਰ ਵਾਲਿਆਂ ਨੂੰ ਪ੍ਰਸੰਨ ਕਰਨ ਲਈ, ਉਹਨਾਂ ਨੂੰ ਖੁਸ਼ ਕਰਨ ਵਾਸਤੇ, ਜਿਹੋ ਜਿਹੇ ਕਾਰਜ ਵਾਸਤੇ ਘਰਦਿਆਂ ਨੇ ਸਤਿਗੁਰੂ ਜੀ ਦਾ ਓਟ ਆਸਰਾ ਲਿਆ ਹੋਵੇ, ਉਹੋ ਜਿਹੇ ਭਾਵ ਦਾ ਹੁਕਮਨਾਮਾ ਪਹਿਲੇ ਹੀ ਕੱਢ ਕੇ ਉਸ ਅੰਕ ਉੱਪਰ ਰਮਾਲਾ ਦੇ ਦਿੰਦੇ ਹਨ ਤੇ ਅਰਦਾਸ ਤੋਂ ਪਿੱਛੋਂ ਉਹ ਹੁਕਮਨਾਮਾ ਸੁਣਾ ਦਿੱਤਾ ਜਾਂਦਾ ਹੈ। ਕਈ ਇੱਕ ਪ੍ਰੇਮੀ ਮਹਾਰਾਜ ਜੀ ਦੇ ਖੱਬੇ ਸੱਜੇ ਪਾਸੇ ਤੋਂ ਥੋੜੇ ਥੋੜੇ ਪੱਤਰੇ ਭਾਵ ਅੰਗ ਹੱਥਾਂ ਵਿੱਚ ਲੈ ਕੇ ਉੱਪਰ ਖੜੇ ਕਰਕੇ ਫੇਰ ਹੁਕਮਨਾਮਾ ਲੈਂਦੇ ਹਨ। ਕਈ ਪ੍ਰੇਮੀ 12 ਵਜੇ ਤੋਂ ਪਹਿਲਾਂ ਖੱਬੇ ਪਾਸੇ ਤੇ 12 ਵਜੇ ਤੋਂ ਬਾਅਦ ਸੱਜੇ ਪਾਸੇ ਵੱਲੋਂ ਹੁਕਮਨਾਮਾ ਲੈਂਦੇ ਹਨ। ਭਾਵ ਆਪੋ ਆਪਣੇ ਹਿਸਾਬ ਨਾਲ ਕਈ ਤਰ੍ਹਾਂ ਦੇ ਢੰਗ ਤਰੀਕੇ ਬਣਾਏ ਹੋਏ ਹਨ। ਇੱਕ ਸਮੇਂ ਇਹੋ ਵਿਚਾਰ ਬਾਬਾ ਜੀ ਪਾਸ ਵੀ ਸੰਗਤ ਨੇ ਚਲਾਈ। ਬਾਬਾ ਜੀ ਨੇ ਜਿਵੇਂ ਗੁਰਮਰਜ਼ਾਦਾ ਅਨੁਸਾਰ ਪਹਿਲੇ ਹੁਕਮਨਾਮਾ ਲੈਂਦੇ ਸਨ, ਉਹ ਸੰਗਤ ਨੂੰ ਦੱਸਿਆ ਤੇ ਨਾਲ ਹੀ ਕਿਹਾ ਕਿ ਇਸ ਦੀ ਪੁਸ਼ਟੀ ਵੀ ਸਤਿਗੁਰੂ ਜੀ ਪਾਸੋਂ ਕਰਵਾ ਲੈਂਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਹੇ ਗਰੀਬ ਨਵਾਜ ਜੀ, ਕਿਰਪਾ ਕਰਕੇ ਹੁਕਮਨਾਮਾ ਲੈਣ ਦੀ ਵਿਧੀ ਆਪ ਦੱਸੋ ਤੇ ਸਾਡਾ ਇਹ ਸ਼ੰਕਾ ਨਿਵਰਤ ਕਰੋ। ਅਰਦਾਸ ਕਰਨ ਤੋਂ ਪਿੱਛੋਂ ਬਾਬਾ ਜੀ ਸਮੇਤ ਸਾਰੀ ਸੰਗਤ ਦੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਗਏ। ਸਾਰੇ ਸ਼ਾਂਤ ਚਿੱਤ ਸਹਿਜ ਇਕਾਗਰ ਬਿਰਤੀ ਵਿੱਚ ਬੈਠੇ ਸਿਮਰਨ ਕਰ ਰਹੇ ਸਨ ਕਿ ਬਾਬਾ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਹੋਏ। ਉਹਨਾਂ ਬਚਨ ਕੀਤਾ ਕਿ ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 5ਵੇਂ ਗੁਰਦੇਵ ਜੀ ਨੇ ਸਾਡੇ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸੀ ਤੇ ਮੁੱਖ ਵਾਕ ਲੈਣ ਲਈ ਵੀ ਸਾਨੂੰ ਆਪ ਅਗਵਾਈ ਦਿੱਤੀ ਸੀ ਕਿ ਇਸ ਪ੍ਰਕਾਰ ਹੁਕਮਨਾਮਾ ਲੈਣਾ ਹੈ, ਉਹ ਹੀ ਹੁਕਮਨਾਮਾ ਲੈਣ ਦਾ ਤਰੀਕਾ ਹੈ। ਬਾਬਾ ਬੁੱਢਾ ਜੀ ਨੇ ਹੋਰ ਸਪਸ਼ਟ ਕੀਤਾ ਕਿ ਜਿਵੇਂ ਆਮ ਪ੍ਰੇਮੀ ਹੁਕਮਨਾਮਾ ਜਿੱਥੋਂ ਚਿੱਤ ਆਵੇ ਪੜ੍ਹ ਲੈਂਦੇ ਹਨ, ਸਵੇਰ ਸ਼ਾਮ ਦਾ ਜਾਂ ਭਰਮ ਕਰਦੇ ਹਨ ਜਾਂ ਪੱਤਰੇ ਖੜੇ ਕਰਕੇ ਹੁਕਮ ਲੈਂਦੇ ਹਨ, ਇਹ ਸਤਿਗੁਰੂ ਜੀ ਦੀ ਦੱਸੀ ਮਰਜ਼ਾਦਾ ਨਹੀਂ ਹੈ। ਇਸ ਵਿੱਚ ਸਤਿਗੁਰੂ ਜੀ ਦੀ ਖੁਸ਼ੀ ਨਹੀਂ। ਅਰਦਾਸ ਕਰਨ ਤੋਂ ਪਿੱਛੋਂ ਹੁਕਮਨਾਮਾ ਲੈਣ ਤੋਂ ਪਹਿਲਾਂ ਮੂਲ ਮੰਤਰ ਦਾ 5 ਵਾਰੀ ਪਾਠ ਕਰਨਾ ਚਾਹੀਦਾ ਹੈ ਜਾਂ ਚਾਰੇ ਮੰਗਲਾਚਰਨ, ਜਿਵੇਂ ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ,
ਅਜੂਨੀ ਸੈ ਭੰਗ ਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਹਨਾਂ ਮੰਗਲਾਚਰਨਾਂ ਦਾ ਪਾਠ ਕਰਕੇ ਉਹ ਚਾਰੇ ਜੇਕਰ ਪੜ੍ਹੇ ਜਾਣ ਤਾਂ ਅਧਿਕ ਲਾਭ ਹੈ। ਫਿਰ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸ਼ਲੋਕ ਪੜ੍ਹ ਕੇ ਰੁਮਾਲਾ ਉਤਾਰਨਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਦਾ ਹਿਰਦਾ ਹੈ। ਸਮੇਂ ਦਾ ਭਰਮ ਨਹੀਂ ਕਰਨਾ। ਪ੍ਰੇਮ ਦੇ ਸ਼ਬਦ ਪੜ੍ਹਦੇ ਸੱਜੇ ਜਾਂ ਖੱਬੇ ਪਾਸੇ ਤੋਂ ਸਹਿਜ ਵਿੱਚ ਮਹਾਰਾਜ ਜੀ ਦੇ ਜਿੰਨੇ ਵੀ ਪੱਤਰੇ ਹੱਥ ਵਿੱਚ ਆ ਜਾਣ, ਦੋਵੇਂ ਹੱਥਾਂ ਨਾਲ ਚੁੱਕ ਕੇ ਦੂਸਰੇ ਪਾਸੇ ਪਰਤ ਦੇਵੋ। ਖੱਬੇ ਪੱਤਰੇ ਤੋਂ ਜਿਹੜਾ ਸ਼ਬਦ ਜਾਂ ਸ਼ਲੋਕ ਚੱਲਦਾ ਹੈ, ਉਹ ਸਤਿਗੁਰੂ ਜੀ ਦਾ ਉਸ ਸਮੇਂ ਉਸ ਜਗਿਆਸੂ ਨੂੰ ਹੁਕਮ ਹੈ। ਉਹ ਹੀ ਅਸਲੀ ਹੁਕਮਨਾਮਾ ਹੈ। ਜੇ ਸ਼ਲੋਕ ਖੱਬੇ ਪੰਨੇ ਦੇ ਉੱਪਰੋਂ ਆਰੰਭ ਹੁੰਦਾ ਹੋਵੇ ਤਦ ਉੱਥੋਂ ਪੜ੍ਹਨਾ ਆਰੰਭ ਕਰ ਦੇਣਾ ਚਾਹੀਦਾ ਹੈ, ਤੇ ਜੇਕਰ ਉਹ ਪਿਛਲੇ ਪੰਨੇ ਤੋਂ ਚੱਲਦਾ ਹੈ, ਭਾਵ ਆਰੰਭ ਹੁੰਦਾ ਹੈ, ਤਦ ਖੱਬੇ ਪਾਸੇ ਦਾ ਪੱਤਰਾ ਪਰਤ ਕੇ ਆਰੰਭ ਤੋਂ ਇਹ ਸ਼ਲੋਕ ਪੜ੍ਹੋ। ਜੇ ਅਗਾਂਹ ਪੌੜੀ ਹੋਵੇ ਉਸ ਨੂੰ ਵੀ ਨਾਲ ਹੀ ਪੜ੍ਹਨਾ ਚਾਹੀਦਾ ਹੈ। ਇਸ ਵਿੱਚ ਹੀ ਸਤਿਗੁਰੂ ਜੀ ਦੀ ਖੁਸ਼ੀ ਹੈ। ਬਾਬਾ ਜੀ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁਕਮਨਾਮਾ ਲਿਆ ਕਰਦੇ ਸਨ, ਪਰ ਹੁਣ ਤਾਂ ਪਹਿਲੇ ਅਕੀਦੇ ਦੀ ਹੋਰ ਵੀ ਪ੍ਰੋੜਤਾ ਹੋ ਗਈ। ਉਸ ਵੇਲੇ ਸਾਰੀ ਸੰਗਤ ਨੂੰ ਹੁਕਮਨਾਮਾ ਲੈਣ ਦੀ ਵਿਧੀ ਦੱਸੀ ਅਤੇ ਸਾਰੀ ਆਜੂ ਮੁੱਖ ਵਾਕ ਲੈਣ ਦੇ ਸਮੇਂ ਇਸੇ ਮਰਜ਼ਾਦਾ ਨੂੰ ਆਮ ਸੰਗਤਾਂ ਵਿੱਚ ਦੱਸਦੇ ਰਹੇ। ਜੋ ਅਸੀਂ ਸਮੇਂ-ਸਮੇਂ ਸਤਿਗੁਰੂ ਜੀ ਦਾ ਹੁਕਮਨਾਮਾ ਪ੍ਰਾਪਤ ਕਰਕੇ ਉਸ ਵਿੱਚੋਂ ਆਪਣੀ ਜੀਵਨ ਨੂੰ ਸੇਧ ਦੇ ਸਕੀਏ, ਸੋ ਸਾਨੂੰ ਵੀ ਇਸੇ ਵਿਧੀ ਅਨੁਸਾਰ ਗੁਰੂ ਚਰਨਾਂ ਵਿੱਚੋਂ ਹੁਕਮਨਾਮਾ ਪ੍ਰਾਪਤ ਕਰਨਾ ਚਾਹੀਦਾ ਹੈ। ਕਈ ਵਾਰੀ ਕਈ ਪ੍ਰੇਮੀ ਮਹਾਰਾਜ ਜੀ ਦਾ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਕਰਦੇ ਆਪਣੀਆਂ ਕੂਹਣੀਆਂ ਮੰਜੀ ਸਾਹਿਬ ਉੱਪਰ ਰੱਖ ਕੇ ਉਸ ਦਾ ਆਸਰਾ ਲੈ ਲੈਂਦੇ ਹਨ। ਇਸ ਤਰ੍ਹਾਂ ਕਰਨਾ ਗੁਰੂ ਸਾਹਿਬ ਜੀ ਦੀ ਬੇਅਦਬੀ ਹੈ। ਅਜਿਹਾ ਕਰਨ ਤੋਂ ਹਮੇਸ਼ਾ ਸੰਕੋਚ ਕਰਨਾ ਚਾਹੀਦਾ ਹੈ। ਨੱਕ, ਮੂੰਹ, ਅੱਖਾਂ ਜਾਂ ਪੈਰਾਂ ਨੂੰ ਹੱਥ ਲਾ ਕੇ ਜਾਂ ਸਰੀਰ ਤੇ ਖਾਰਸ਼ ਆਦਿ ਕਰਕੇ ਗੁਰੂ ਮਹਾਰਾਜ ਜੀ ਦੇ ਪੰਨਿਆਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਜੇ ਇਸ ਪ੍ਰਕਾਰ ਦੀ ਸਰੀਰਕ ਕਿਰਿਆ ਖਾਜ ਆਦਿ ਕਰਨੀ ਹੋਵੇ ਤਦ ਗਲ ਵਾਲੇ ਹਜੂਰੀਏ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਗੁਰੂਦੇਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨ ਲਈ ਸੰਗਤਾਂ ਪ੍ਰਤੀ ਜੋ ਹੁਕਮ ਕੀਤਾ ਸੀ, ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਉਸ ਬਚਨ ਨੂੰ ਇਸ ਪ੍ਰਕਾਰ ਲਿਖਿਆ ਹੈ ਕਿ ਮੇਰੇ ਸਰੂਪ ਤੇ ਜਾਣਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ। ਸੋ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਣ ਕੇ ਜਿਤਨਾ ਵੀ ਵੱਧ ਤੋਂ ਵੱਧ ਅਦਬ ਸਤਿਕਾਰ ਕਰਾਂਗੇ, ਓਨਾ ਹੀ ਜ਼ਿਆਦਾ ਆਸਾਨਾਂ ਲਾਭ ਪ੍ਰਾਪਤ ਹੋਵੇਗਾ। ਜੇ ਨਾ ਕਰਾਂਗੇ, ਗੁਰੂ ਸਾਹਿਬ ਤਾਂ ਮਾਨ ਪਮਾਨ ਤੋਂ ਉੱਪਰ ਹਨ, ਸਤਿਕਾਰ ਕਰਨ ਵਿੱਚ ਆਪਾਂ ਨੂੰ ਹੀ ਲਾਹਾ ਹੈ। ਗੁਰੂ ਪਾਤਸ਼ਾਹ ਜੀ ਨੂੰ ਕੋਈ ਵਾਧਾ ਘਾਟਾ ਨਹੀਂ। ਸਤਿਕਾਰ ਅਦਬ ਅਸੀਂ ਆਪਣੇ ਭਲੇ ਹਿੱਤ ਕਰਨਾ ਹੈ, ਨਾ ਕਿ ਗੁਰੂ ਸਾਹਿਬ ਤੇ ਕੋਈ ਅਹਿਸਾਨ ਵਜੋਂ। ਏਕ ਪਿਤਾ ਏਕਸ ਕੇ ਹਮ ਬਾਰਿਕ। ਬਾਬਾ ਜੀ ਨੇ ਨਿਰਾ ਦੂਸਰਿਆਂ ਨੂੰ ਕਿਹਾ ਹੀ ਨਹੀਂ, ਬਲਕਿ ਆਪਣੇ ਜੀਵਨ ਵਿੱਚ ਘਟਾ ਕੇ ਵੀ ਦੱਸਿਆ। ਇੱਕ ਵਾਰੀ ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਹੋਰੀ ਬਾਬਾ ਜੀ ਦੀ ਜੀਪ ਦਾ ਡਰਾਈਵਰ ਭਾਈ ਮਹਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਸਨ। ਬਾਬਾ ਜੀ ਦੇ ਸਿਰ ਦਰਦ ਹੋਣ ਲੱਗ ਪਈ। ਰਈਏ ਜਾ ਕੇ ਜੀਪ ਖੜੀ ਕਰਾਈ। ਭਾਈ ਮਹਿੰਦਰ ਸਿੰਘ ਹੋਰਾਂ ਨੂੰ ਬਾਬਾ ਜੀ ਕਹਿਣ ਲੱਗੇ ਕਿ ਸਾਹਮਣੇ ਦੁਕਾਨ ਤੋਂ 3 ਕੱਪ ਚਾਹ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰਵਾ ਕੇ ਬਣਾ ਲਿਆ। ਕੱਪਾਂ ਨੂੰ ਗਰਮ ਪਾਣੀ ਨਾਲ ਆਪ ਧੋ ਲੈਣਾ। ਭਾਈ ਮਹਿੰਦਰ ਸਿੰਘ ਜੀ ਗਏ ਤੇ 3 ਕੱਪ ਚਾਹ ਦੇ ਬਣਵਾ ਕੇ ਲੈ ਆਏ। ਬਾਬਾ ਜੀ ਅਤੇ ਬਾਬਾ ਸੇਵਾ ਸਿੰਘ ਹੋਰਾਂ ਨੇ ਚਾਹ ਛਕ ਲਈ। ਭਾਈ ਮਹਿੰਦਰ ਸਿੰਘ ਨੇ ਅਜੇ ਥੋੜੀ ਜਿਹੀ ਚਾਹ ਪੀਤੀ ਸੀ ਕਿ ਕੱਪ ਰੱਖ ਕੇ ਜੀਪ ਦੇ ਟਾਇਰ ਵੇਖਣ ਲੱਗ ਪਏ। ਜਦੋਂ ਟਾਇਰ ਵੇਖ ਕੇ ਭਾਈ ਮਹਿੰਦਰ ਸਿੰਘ ਬਾਕੀ ਚਾਹ ਪੀਣ ਲੱਗੇ ਤਾਂ ਬਾਬਾ ਜੀ ਕਹਿਣ ਲੱਗੇ ਕਿ ਜਵਾਨ ਠਹਿਰੀ, ਮੈਂ ਸਿਰ ਦਰਦ ਦੀ ਗੋਲੀ ਖਾਣੀ ਸੀ, ਉਸ ਦਾ ਤਾਂ ਚੇਤਾ ਹੀ ਭੁੱਲ ਗਿਆ। ਏਦਾਂ ਕਰ, ਮੈਨੂੰ 1 ਘੁੱਟ ਚਾਹ ਦਾ ਆਪਣੇ ਕੱਪ ਵਿੱਚੋਂ ਦੇ ਦੇ। ਮਹਿੰਦਰ ਸਿੰਘ ਕਹਿਣ ਲੱਗੇ ਕਿ ਬਾਬਾ ਜੀ 1 ਕੱਪ ਚਾਹ ਦਾ ਹੋਰ ਬਣਵਾ ਲੈਂਦੇ ਹਾਂ, ਇਹ ਚਾਹ ਮੇਰੀ ਜੂਠੀ ਹੈ। ਬਾਬਾ ਜੀ ਕਹਿਣ ਲੱਗੇ 1 ਘੁੱਟ ਚਾਹ ਵਾਸਤੇ ਹੁਣ ਹੋਰ 8 ਆਨੇ ਖਰਚਾਂਗੇ, ਤੈਨੂੰ ਕਿਹੜਾ ਘਾਟਾ ਪੈ ਚੱਲਿਆ? ਮੈਂ ਕੇਵਲ 1 ਘੁੱਟ ਹੀ ਭਰਨਾ ਹੈ। ਮਹਿੰਦਰ ਸਿੰਘ ਜੀ ਦਾ ਕੱਪ ਬਾਬਾ ਜੀ ਨੇ ਫੜ ਲਿਆ, ਪਰ ਉਹ ਦੇਵੇ ਨਾ ਕਿ ਬਾਬਾ ਜੀ ਇਹ ਚਾਹ ਮੇਰੀ ਜੂਠੀ ਹੈ, ਇਹੋ ਹੀ ਕਹੀ ਜਾਵੇ। ਬਾਬਾ ਜੀ ਨੇ ਜ਼ੋਰ ਨਾਲ ਹੀ ਚਾਹ ਦਾ ਘੁੱਟ ਭਰ ਲਿਆ ਤੇ ਗੋਲੀ ਖਾ ਲਈ। ਫਿਰ ਕਹਿਣ ਲੱਗੇ ਕਿ ਅੰਮ੍ਰਿਤ ਛਕ ਕੇ ਝੂਠ ਦਾ ਭਰਮ ਤੇ ਉੱਚੇ ਨੀਵੇਂ ਦਾ ਪਾੜਾ ਬਣਿਆ ਰਹਿਣਾ, ਅੰਮ੍ਰਿਤਧਾਰੀ ਤੇ ਦੂਸਰੇ ਲੋਕਾਂ ਵਿੱਚ ਕੀ ਫਰਕ ਹੋਇਆ ਹੈ? ਅੰਮ੍ਰਿਤਧਾਰੀ ਸਿੰਘ ਸਭ ਬਰਾਬਰ ਹਨ। ਅੰਮ੍ਰਿਤ ਛਕਣ ਨਾਲ ਇਹ ਸਾਰੇ ਭਰਮ ਭੁਲੇਖੇ ਮਿਟ ਜਾਣੇ ਚਾਹੀਦੇ ਹਨ ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਲੀ ਰਹਿਣੀ ਦੇ ਧਾਰਨੀ ਬਣ ਜਾਣਾ ਚਾਹੀਦਾ ਹੈ। ਲੋੜਵੰਦ ਵਿਦਿਆਰਥੀਆਂ ਅਤੇ ਵਿਦਿਅਕ ਅਦਾਰਿਆਂ ਦੀ ਸਹਾਇਤਾ। ਭਾਵੇਂ ਬਾਬਾ ਜੀ ਆਪ ਦੁਨਿਆਵੀ ਵਿਦਿਆ ਬਹੁਤੀ ਨਹੀਂ ਪ੍ਰਾਪਤ ਕਰ ਸਕੇ, ਪਰ ਵਿਦਿਆ ਪ੍ਰਤੀ ਆਪ ਜੀ ਦੇ ਮਨ ਵਿੱਚ ਬਹੁਤ ਹੀ ਕਦਰ ਸੀ।
ਹਰ ਭਾਸ਼ਾ ਵਿੱਚ ਪ੍ਰਵੀਨ ਹੋਣ ਅਤੇ ਹੋਰ ਸੰਸਾਰਕ ਵਿਦਿਆ ਵੱਧ ਤੋਂ ਵੱਧ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ। ਆਪ ਜੀ ਦਾ ਕਥਨ ਸੀ ਕਿ ਮਨੁੱਖੀ ਜੀਵਨ ਦੇ ਦੋ ਪੱਖ ਹਨ, ਇੱਕ ਸੰਸਾਰਕ ਖੇਤਰ ਹੈ, ਦੂਸਰਾ ਪਰਮਾਰਥਕ। ਹਰ ਗੁਰਸਿੱਖ ਨੂੰ ਆਪਣੇ ਦੋਨੋਂ ਪੱਖ ਮਜ਼ਬੂਤ ਕਰਨੇ ਚਾਹੀਦੇ ਹਨ, ਕਿਉਂਕਿ ਸਾਡੇ ਸਤਿਗੁਰਾਂ ਦਾ ਮਿਸ਼ਨ ਹੈ ਕਿ ਸੰਸਾਰ ਵਿੱਚ ਵਿਚਰਦੇ ਹੋਏ ਪਰਮਾਰਥ ਨੂੰ ਸਿੱਧ ਕਰਨਾ। ਜੇ ਅਸੀਂ ਦੁਨਿਆਵੀ ਵਿਦਿਆ ਵੱਲੋਂ ਅਵੇਸਲੇ ਹੋ ਜਾਵਾਂਗੇ ਤਾਂ ਸੰਸਾਰਕ ਕੰਮਾਂ ਕਾਰਾਂ ਵਿੱਚ ਅਸੀਂ ਬਾਕੀ ਦੁਨਿਆਵੀ ਬੰਦਿਆਂ ਨਾਲੋਂ ਪਿੱਛੇ ਰਹਿ ਜਾਵਾਂਗੇ। ਗੁਰੂ ਕੇ ਸਿੱਖ ਨੇ ਸੰਸਾਰ ਵਿੱਚ ਬੜੇ ਸੁਚੱਜੇ ਢੰਗ ਨਾਲ ਹਰ ਤਰ੍ਹਾਂ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨਾ ਹੈ। ਕਿਸੇ ਦੇ ਹੱਥਾਂ ਵੱਲ ਨਹੀਂ ਝਾਕਣਾ। ਚੰਗੀਆਂ ਨੌਕਰੀਆਂ, ਚੰਗੇ ਵਪਾਰ, ਚੰਗੀ ਖੇਤੀ ਕਰਕੇ ਸਰੀਰਕ ਨਿਰਵਾਹ ਕਰਨ ਲਈ ਮਾਇਆ ਕਮਾਉਣੀ ਹੈ। ਜੇ ਗੁਰਸਿੱਖ ਪਾਸ ਮਾਇਆ ਹੋਵੇਗੀ ਤਦ ਹੀ ਕਿਸੇ ਹੋਰ ਲੋੜਵੰਦ ਦੀ ਜ਼ਰੂਰਤ ਪੂਰੀ ਕਰਕੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰ ਸਕੇਗਾ। ਸਾਡੇ ਸਤਿਗੁਰਾਂ ਨੇ ਆਪ ਵਿਦਿਆ ਦੀ ਕਦਰ ਕਰਨ ਅਤੇ ਗੁਰਸਿੱਖਾਂ ਨੂੰ ਵੱਧ ਤੋਂ ਵੱਧ ਸੰਸਾਰਕ ਵਿਦਿਆ ਪ੍ਰਾਪਤ ਕਰਨ ਹਿੱਤ ਪੂਰਨੇ ਪਾਏ ਹਨ। 10ਵੇਂ ਗੁਰਦੇਵ ਜੀ ਨੇ ਤਾਂ ਆਪ 52 ਵਿਦਵਾਨ ਕਵੀ ਰੱਖ ਕੇ ਉਹਨਾਂ ਪਾਸੋਂ ਅਨੇਕ ਪ੍ਰਕਾਰ ਦੇ ਸਾਹਿਤ ਜੋ ਦੂਸਰੀ ਭਾਸ਼ਾ ਵਿੱਚ ਸੀ ਉਸ ਦਾ ਸਰਲ ਭਾਸ਼ਾ ਵਿੱਚ ਉਲੱਥਾ ਕਰਵਾਇਆ। ਬੇਅੰਤ ਮਾਇਆ, ਹਾਥੀ, ਘੋੜੇ ਆਦਿਕ ਇਵਜਾਨੇ ਵਜੋਂ ਦਿੱਤੇ। ਆਪ ਜੀ ਨੇ ਆਪ ਬੇਅੰਤ ਸਾਹਿਤ ਅਤੇ ਗੁਰਬਾਣੀ ਦੀ ਰਚਨਾ ਕੀਤੀ। ਇੱਥੇ ਹੀ ਬਸ ਨਹੀਂ, 5 ਸਿੰਘਾਂ ਨੂੰ ਭੇਸ ਬਦਲਾ ਕੇ ਨਿਰਮਲਿਆਂ ਦਾ ਰੂਪ ਬਣਾ ਕੇ ਕਾਂਸ਼ੀ ਬਨਾਰਸ ਵਿੱਚ ਸੰਸਕ੍ਰਿਤ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਅਤੇ ਉਹਨਾਂ ਅਗਾਂਹ ਇਹ ਭਾਸ਼ਾ ਗੁਰਸਿੱਖਾਂ ਨੂੰ ਪੜ੍ਹਾਉਣ ਦੇ ਉਦਮ ਕੀਤੇ। ਇਸ ਆਸ਼ੇ ਨੂੰ ਮੁੱਖ ਰੱਖ ਕੇ ਬਾਬਾ ਜੀ ਹਰ ਸਮਾਗਮ ਨੂੰ ਸੰਗਤ ਵਿੱਚ ਐਲਾਨ ਕਰਦੇ ਕਿ ਕਿਸੇ ਵੀ ਧਰਮ ਜਾਂ ਜਾਤੀ ਨਾਲ ਸੰਬੰਧਿਤ ਕੋਈ ਵੀ ਬੱਚਾ ਜੋ ਦੁਨਿਆਵੀ ਤੰਗੀ ਕਾਰਨ ਵਿਦਿਆ ਪ੍ਰਾਪਤ ਨਾ ਕਰ ਸਕਦਾ ਹੋਵੇ ਪਰ ਵਿਦਿਆ ਪ੍ਰਾਪਤੀ ਦਾ ਚਾਹਵਾਨ ਹੋਵੇ, ਉਸ ਦਾ ਸਾਰਾ ਖਰਚਾ ਅਸੀਂ ਸੰਗਤ ਵੱਲੋਂ ਕਰਾਂਗੇ। ਬਾਬਾ ਜੀ ਗਰੀਬ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਆਪਣੇ ਪਾਸ ਰੱਖ ਕੇ ਉਹਨਾਂ ਦਾ ਸਾਰਾ ਖਰਚਾ, ਲੀੜੇ, ਕੱਪੜੇ, ਕਿਤਾਬਾਂ, ਸਕੂਲਾਂ ਦੀਆਂ ਫੀਸਾਂ ਇਤਆਦਿ ਬੜੇ ਉਤਸ਼ਾਹ ਨਾਲ ਦਿੰਦੇ ਅਤੇ ਅਗਾਂਹ ਤੋਂ ਅਗਾਂਹ ਹੋਰ ਪੜ੍ਹਾਈ ਕਰਨ ਲਈ ਉਤਸ਼ਾਹਤ ਕਰਦੇ। ਆਪ ਜੀ ਦੀ ਪ੍ਰੇਰਣਾ ਅਤੇ ਮਦਦ ਨਾਲ ਬਹੁਤ ਸਾਰੇ ਵਿਦਿਆਰਥੀ ਉੱਚੀ ਵਿਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਅਤੇ ਆਪਣੇ ਸੰਸਾਰਕ ਜੀਵਨ ਨੂੰ ਬੜੇ ਸੁੰਦਰ ਢੰਗ ਨਾਲ ਬਤੀਤ ਕਰ ਰਹੇ ਹਨ। ਕਈ ਇੱਕ ਵਿਦੇਸ਼ਾਂ ਵਿੱਚ ਚੰਗੇ ਕਾਰੋਬਾਰਾਂ ਨੂੰ ਕਰਦੇ ਹੋਏ ਗੁਰਸਿੱਖੀ ਵਿੱਚ ਪਰਿਪੱਕ ਜੀਵਨ ਬਿਤਾਉਂਦੇ ਹੋਏ ਨਾਲੋਂ ਨਾਲ ਗੁਰਮਤਿ ਦੀ ਸ਼ੋਅ ਵੀ ਵੰਡ ਰਹੇ ਹਨ। ਮਹਾਂਪੁਰਖਾਂ ਦੇ ਅਸਥਾਨ ਤੇ ਹੁਣ ਵੀ ਉਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਹੈ। ਹਰ ਸਮਾਗਮ ਤੇ ਇਹ ਬੇਨਤੀ ਕਰ ਦਿੱਤੀ ਜਾਂਦੀ ਹੈ ਕਿ ਜੋ ਬੱਚਾ ਵਿਦਿਆ ਪ੍ਰਾਪਤ ਕਰਨੀ ਚਾਹੁੰਦਾ ਹੈ ਪਰ ਘਰੋਗੀ ਹਾਲਾਤ ਇਜਾਜ਼ਤ ਨਹੀਂ ਦਿੰਦੇ, ਉਸ ਦੀ ਹਰ ਤਰ੍ਹਾਂ ਪੂਰੀ ਮਦਦ ਕੀਤੀ ਜਾਵੇਗੀ। ਸੋ ਕਾਫੀ ਸਾਰੇ ਬੱਚੇ ਗੁਰਦੁਆਰਾ ਸਾਹਿਬ ਅਤੇ ਸਰਬ ਸੰਗਤ ਦੇ ਸਹਿਯੋਗ ਨਾਲ ਵਿਦਿਆ ਪ੍ਰਾਪਤ ਕਰ ਰਹੇ ਹਨ। ਜੋ ਵਿਦਿਆਰਥੀ ਬਾਬਾ ਜੀ ਦੀ ਸਹਾਇਤਾ ਨਾਲ ਦੁਨਿਆਵੀ ਵਿਦਿਆ ਪ੍ਰਾਪਤ ਕਰਦੇ, ਬਾਬਾ ਜੀ ਉਹਨਾਂ ਦਾ ਪਰਮਾਰਥੀ ਖੇਤਰ ਪੂਰਾ ਕਰਨ ਵਾਸਤੇ ਵਿਹਲੇ ਸਮੇਂ ਗੁਰਬਾਣੀ ਦੀ ਸਿੱਖਿਆ ਅਤੇ ਗੁਰਬਾਣੀ ਦੀ ਸੰਥਿਆ ਉਹਨਾਂ ਨੂੰ ਆਪ ਦਿੰਦੇ। ਇਸ ਤਰ੍ਹਾਂ ਬਾਬਾ ਜੀ ਉਹਨਾਂ ਬੱਚਿਆਂ ਦੇ ਲੋਕ ਸੁਖੀ ਪਰਲੋਕ ਸੁਹੇਲੇ ਕਰਕੇ ਆਪਣਾ ਫਰਜ਼ ਪੂਰਾ ਕਰਦੇ। ਸਕੂਲਾਂ ਵਿੱਚ ਬੱਚਿਆਂ ਨੂੰ ਵਿਦਿਅਕ ਅਤੇ ਧਾਰਮਿਕ ਪੱਖੋਂ ਉਤਸ਼ਾਹਤ ਕਰਨ ਵਾਸਤੇ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਵੱਲੋਂ ਧਰਮ ਪੋਥੀਆਂ ਮੰਗਵਾ ਕੇ ਸਕੂਲਾਂ ਵਿੱਚ ਵੰਡਦੇ ਅਤੇ ਯੋਗ ਵਜ਼ੀਫੇ ਵੀ ਦਿੰਦੇ। ਧਾਰਮਿਕ ਸਮਾਗਮ ਰਚਨ ਤੋਂ ਬਾਅਦ ਜੋ ਮਾਇਆ ਬਚ ਜਾਂਦੀ ਉਹ ਸਕੂਲਾਂ ਦੀ ਇਮਾਰਤ ਉਸਾਰਨ ਵਿੱਚ ਖਰਚ ਕਰ ਦਿੰਦੇ। ਇਲਾਕੇ ਵਿੱਚ ਜੋ ਲੋਕਲ ਸਕੂਲ ਅਤੇ ਕਾਲਜ ਹਨ, ਤਕਰੀਬਨ ਹਰ ਸਕੂਲ ਅਤੇ ਕਾਲਜ ਵਿੱਚ ਉਹਨਾਂ ਮਾਇਕ ਹਿੱਸਾ ਪਾ ਕੇ ਇਹਨਾਂ ਦੁਨਿਆਵੀ ਵਿਦਿਅਕ ਅਦਾਰਿਆਂ ਨੂੰ ਉਤਸ਼ਾਹ ਪ੍ਰਦਾਨ ਕੀਤਾ, ਜਿਨ੍ਹਾਂ ਵਿੱਚ ਖਾਲਸਾ ਕਾਲਜ ਗੜ੍ਹਦੀਵਾਲਾ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ, ਸ਼ਾਂਗਲਾ ਹਿੱਲ ਗੁਰੂ ਨਾਨਕ ਗਰਲਜ਼ ਹਾਈ ਸਕੂਲ ਗੜ੍ਹਦੀਵਾਲਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮਨ ਦਸੂਹਾ ਇਤਆਦਿਕ ਵਿਸ਼ੇਸ਼ ਵਰਣਨਯੋਗ ਹਨ। ਮਹਾਂਪੁਰਖਾਂ ਦੇ ਅਸਥਾਨ ਵੱਲੋਂ ਅਜੇ ਵੀ ਬੱਚਿਆਂ ਦੀ ਮੁਫਤ ਪੜ੍ਹਾਈ ਦੇ ਨਾਲ ਵਿਦਿਅਕ ਅਦਾਰਿਆਂ ਦੀ ਸਮੇਂ-ਸਮੇਂ ਮਦਦ ਜਾਰੀ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਬਾਬਾ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਆਪ ਪ੍ਰੇਰਨਾ ਦਿੰਦੇ ਰਹਿਣ ਤਾਂ ਜੋ ਮਹਾਂਪੁਰਖਾਂ ਵੱਲੋਂ ਆਰੰਭੇ ਉਦਮ ਨੂੰ ਜਾਰੀ ਰੱਖਿਆ ਜਾ ਸਕੇ। ਪਰਮੇਸ਼ਰ ਪ੍ਰਾਪਤੀ ਲਈ ਸੰਗਤਾਂ ਨੂੰ ਉਤਸ਼ਾਹਤ ਕਰਨ ਲਈ ਭਗਤਾਂ ਅਤੇ ਗੁਰਸਿੱਖਾਂ ਦਾ ਜੀਵਨ 340 ਪੰਨਿਆਂ ਦਾ ਗੁਰਮਤਿ ਦੇ ਪੰਥੀ ਨਾਂ ਹੇਠ ਗ੍ਰੰਥ ਆਪ ਸੰਪਾਦਨ ਕਰਕੇ ਸੰਗਤਾਂ ਨੂੰ ਭੇਟਾ ਰਹਿਤ ਵੰਡਿਆ। ਰਾਗਮਾਲਾ ਮੰਡਨ ਪ੍ਰਬੋਧ ਜੋ ਕਿ ਇੱਕ ਬਹੁਤ ਪੁਰਾਤਨ ਗ੍ਰੰਥ ਸੀ, ਉਸ ਦੀ ਛਪਾਈ ਕਰਾ ਕੇ ਸੰਗਤਾਂ ਵਿੱਚ ਸੇਵਾ ਹਿੱਤ ਵੰਡਿਆ। ਇਸੇ ਪ੍ਰਕਾਰ ਹੋਰ ਵੀ ਗੁਰਮਤਿ ਦੇ ਗ੍ਰੰਥ ਮੁੱਲ ਲਿਆ ਕੇ ਸੰਗਤਾਂ ਨੂੰ ਧਰਮ ਪ੍ਰਚਾਰ ਹਿੱਤ ਭੇਟਾ ਰਹਿਤ ਵੰਡਦੇ ਰਹਿੰਦੇ। ਕੇਵਲ ਵਿਦਿਅਕ ਪੱਖੋਂ ਹੀ ਬਾਬਾ ਜੀ ਬੱਚਿਆਂ ਦੀ ਸਹਾਇਤਾ ਨਹੀਂ ਕਰਦੇ। ਜੇਕਰ ਕੋਈ ਗਰੀਬ ਪਰਿਵਾਰ ਉਹਨਾਂ ਦੀ ਨਿਗਾਹ ਵਿੱਚ ਹੁੰਦਾ ਤਾਂ ਉਸ ਪਰਿਵਾਰ ਦੀਆਂ ਖਾਣ ਪੀਣ ਪਹਿਨਣ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦੇ। ਜੇ ਕਿਸੇ ਗਰੀਬ ਪ੍ਰੇਮੀ ਦੀ ਵਰ ਪ੍ਰਾਪਤ ਬੱਚੀ ਹੁੰਦੀ ਤਾਂ ਉਸ ਨੂੰ ਯਥਾਯੋਗ ਸਹਾਇਤਾ ਦੇ ਕੇ ਵਿਆਹ ਦਾ ਕਾਰਜ ਵੀ ਨੇਪਰੇ ਚਾੜਦੇ। ਜੇ ਕਿਸੇ ਗਰੀਬ ਪ੍ਰੇਮੀ ਨੂੰ ਦੁਕਾਨ ਵਿੱਚ ਸਮਾਨ ਪਾਉਣ ਲਈ ਮਾਇਆ ਦੀ ਲੋੜ ਹੁੰਦੀ ਤਾਂ ਗੁਰੂ ਹੁਕਮ ਵਿੱਚ ਉਸ ਦੀ ਮਦਦ ਕਰਦੇ। ਕਈ ਇੱਕ ਬੇਰੁਜ਼ਗਾਰ ਲੋੜਵੰਦਾਂ ਨੂੰ ਆਪ ਜੀ ਨੇ ਦੁਕਾਨਾਂ ਅਤੇ ਹੋਰ ਕੰਮ ਖੋਲ੍ਹ ਕੇ ਦਿੱਤੇ, ਜੋ ਹੁਣ ਚੰਗੀ ਸਰਵੀਂ ਹਾਲਤ ਵਿੱਚ ਕਮਾਈ ਕਰਕੇ ਆਪਣਾ ਨਿਰਵਾਹ ਕਰ ਰਹੇ ਹਨ। ਇੱਕ ਵਾਰ ਦੇਖਣ ਦੀ ਗੱਲ ਹੈ ਕਿ ਲਾਗਲੇ ਨਗਰ ਦਾ ਇੱਕ ਗੁਰਸਿੱਖ, ਜਿਸ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ, ਬਾਬਾ ਜੀ ਪਾਸ ਆਇਆ।
ਬਾਬਾ ਜੀ ਪਾਸ ਹੋਰ ਸੰਗਤ ਬੈਠੀ ਹੋਈ ਸੀ। ਗੁਰਮਤਿ ਦੇ ਬਚਨ ਵਿਲਾਸ ਚੱਲ ਰਹੇ ਸਨ। ਉਸ ਪ੍ਰੇਮੀ ਦੇ 3 ਬੱਚੇ ਜਿਨ੍ਹਾਂ ਦੇ ਵਸਤਰ ਫਟੇ ਹੋਏ ਸਨ ਉਹ ਵੀ ਉੱਥੇ ਆ ਗਏ। ਉਹ ਛੋਟੇ ਬੱਚੇ ਪਿਤਾ ਜੀ ਕਰਕੇ ਉਸ ਪ੍ਰੇਮੀ ਦੇ ਕੋਲ ਆ ਬੈਠੇ, ਪਰ ਉਹ ਗੁਰਮੁਖ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰੇ ਕਿ ਇਹਨਾਂ ਦੇ ਕੱਪੜੇ ਪਾਟੇ ਹੋਏ ਹਨ ਤੇ ਮੈਲੇ ਕੁਚਾਲੇ ਹਨ। ਉਸ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ। ਸੰਗਤ ਵਿੱਚ ਬਚਨ ਕਰਦੇ ਕਰਦੇ ਬਾਬਾ ਜੀ ਨੇ ਮਹਿਸੂਸ ਕਰ ਲਿਆ ਕਿ ਇਹ ਪ੍ਰੇਮੀ ਬੱਚਿਆਂ ਦੇ ਵਸਤਰ ਚੰਗੇ ਨਾ ਹੋਣ ਕਾਰਨ ਉਹਨਾਂ ਨੂੰ ਪਿੱਛੇ ਕਰ ਰਿਹਾ ਹੈ। ਸਾਰੀ ਸੰਗਤ ਵਿੱਚੋਂ ਬਾਬਾ ਜੀ ਉੱਠੇ ਅਤੇ ਉੱਪਰ ਛੰਨ ਵਿੱਚ ਚਲੇ ਗਏ। ਉਸ ਪ੍ਰੇਮੀ ਨੂੰ ਵੀ ਆਪਣੇ ਪਿੱਛੇ ਆਉਣ ਲਈ ਆਖਿਆ। ਬਾਬਾ ਜੀ ਪਾਸ ਉਸ ਵੇਲੇ ਜਿੰਨੇ ਪੈਸੇ ਸਨ ਉਸ ਨੂੰ ਅੰਦਰ ਸੱਦ ਕੇ ਦੇ ਦਿੱਤੇ ਤੇ ਕਿਹਾ ਕਿ ਇਸ ਮਾਇਆ ਨਾਲ ਤੁਸੀਂ ਬੱਚਿਆਂ ਨੂੰ ਵਸਤਰ ਬਣਾ ਦੇਣੇ। ਗਰੀਬੀ ਅਮੀਰੀ ਸਭ ਸਤਿਗੁਰੂ ਜੀ ਦੇ ਹੱਥ ਹੈ। ਇਹਨਾਂ ਬੱਚਿਆਂ ਨੂੰ ਗੁਰੂ ਕੇ ਬੱਚੇ ਜਾਣ ਕੇ ਆਪਣੀ ਸਮਰੱਥਾ ਅਨੁਸਾਰ ਸੇਵਾ ਕਰੀ ਜਾਣਾ। ਨਾਲ ਹੀ ਹੁਕਮ ਕੀਤਾ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਗਰੀਬ ਨਵਾਜ ਜੀ, ਇਹ ਜੋ ਮਾਇਆ ਦਾ ਦਲਿੱਦਰ ਪਿਆ ਹੋਇਆ ਹੈ, ਇਸ ਸੰਕਟ ਨੂੰ ਆਪ ਜੀ ਹੀ ਕਿਰਪਾ ਕਰਕੇ ਦੂਰ ਕਰੋ। ਉਹ ਪ੍ਰੇਮੀ ਬੜੇ ਬੈਰਾਗ ਵਿੱਚ ਆ ਗਿਆ। ਬਾਬਾ ਜੀ ਨੇ ਬੜੇ ਪਿਆਰ ਸਹਿਤ ਗਲ ਨਾਲ ਲਾ ਕੇ ਦਿਲਾਸਾ ਦਿੱਤਾ ਤੇ ਕਿਹਾ ਕਿ ਇਸ ਮਾਇਆ ਨੂੰ ਐਵੇਂ ਭਾਰ ਵੀ ਨਾ ਸਮਝੀ। ਸਤਿਗੁਰੂ ਜੀ ਨੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਹੁਕਮ ਦੇ ਰੱਖਿਆ ਹੋਇਆ ਹੈ, ਸੋ ਉਸੇ ਹੁਕਮ ਅਧੀਨ ਅਸੀਂ ਤੁਹਾਡੀ ਸਹਾਇਤਾ ਕੀਤੀ ਹੈ। ਜਦੋਂ ਸਤਿਗੁਰੂ ਜੀ ਤੁਹਾਨੂੰ ਸਮਰੱਥਾ ਦੇਣਗੇ, ਤੁਸੀਂ ਹੋਰ ਲੋੜਵੰਦਾਂ ਦੀ ਜਿੰਨੀ ਮਰਜ਼ੀ ਸਹਾਇਤਾ ਕਰੀ ਜਾਇਓ। ਸੋ ਬਾਬਾ ਜੀ ਦੇ ਆਸ਼ੀਰਵਾਦ ਤੇ ਸਤਿਗੁਰੂ ਜੀ ਦੀ ਮਿਹਰ ਸਦਕਾ ਹੁਣ ਉਸ ਪ੍ਰੇਮੀ ਦੀਆਂ ਬੱਸਾਂ ਚੱਲ ਰਹੀਆਂ ਹਨ। ਜੇ ਇਹੋ ਜਿਹੀਆਂ ਹੋਰ ਘਟਨਾਵਾਂ ਲਿਖਣ ਲੱਗ ਜਾਈਏ ਤਾਂ ਗ੍ਰੰਥ ਬਹੁਤ ਵੱਡਾ ਬਣ ਸਕਦਾ ਹੈ। ਬਾਬਾ ਜੀ ਆਪਣੇ ਪਾਸ ਕਾਫੀ ਸਾਰੇ ਸਵੈਟਰ, ਗਰਮ ਕੋਟੀਆਂ ਅਤੇ ਹੋਰ ਲੀੜੇ ਕੱਪੜੇ ਲਿਆ ਕੇ ਰੱਖ ਛੱਡਦੇ। ਜੋ ਵੀ ਬੱਚਾ ਜਾਂ ਵਡੇਰਾ ਲੋੜਵੰਦ ਵੇਖਦੇ, ਬਿਨਾਂ ਉਸ ਦੀ ਮੰਗ ਦੇ ਗਰਮ ਕੋਟੀ, ਸਵੈਟਰ ਜਾਂ ਹੋਰ ਵਸਤਰ ਉਸ ਨੂੰ ਦੇ ਦਿੰਦੇ। ਅਗਾਂਹ ਲਈ ਵੀ ਕਹਿੰਦੇ ਕਿ ਜਦੋਂ ਹੋਰ ਲੋੜ ਹੋਵੇ ਬਿਨਾਂ ਝਿਜਕ ਆ ਕੇ ਲੈ ਜਾਵੀਂ। ਇਸ ਪ੍ਰਕਾਰ ਜੋ ਅੰਮ੍ਰਿਤਧਾਰੀ ਸਿੰਘ ਮਾਇਆ ਖਰਚਣ ਤੋਂ ਅਸਮਰੱਥ ਹੁੰਦੇ, ਉਹਨਾਂ ਨੂੰ ਖੁੱਲ੍ਹ ਦੇ ਰੱਖੀ ਹੁੰਦੀ ਸੀ ਕਿ ਆਜੂ ਪਰਜੰਤ ਕਿਸੇ ਵੀ ਕਕਾਰ ਦੀ ਲੋੜ ਹੋਵੇ ਬਿਨਾਂ ਝਿਜਕ ਆ ਕੇ ਬਾਬਾ ਜੀ ਪਾਸੋਂ ਲੈ